ਗੁਰ ਦੀਆ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਕਚੋਂ ਕੰਚਨ ਪਇਓ ਸ਼ਬਦ ਗੁਰ ਸ਼ਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੇ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਭਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਭਏ ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਰਵ ਦੀਜੈ ਜਮ ਗੁਰੂ ਹੋਏ ਵੱਲ ਲਖ ਬਾਹੀ ਕਿਆ ਕੀਜੈ ਜਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਿਨ ਪਰ ਜਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਘਰ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਤਰੈ ਸੋ ਜਨਮ ਮਰਨ ਦੋਹੂੰ ਥੈ ਰਹੈ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਧਰੈ ਸੋ ਜਨਮ ਮਰਨ ਦੋਹੂੰ ਥੈ ਰਹੈ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰ ਦਿਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਗੁਰ ਦਿਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਕਵਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ ਕਰ ਕਿਰਪਾ ਮੋਹਿ ਨਾਮ ਦੇਹੋ
ਨਾਨਕ ਦਰ ਸਰੀਤਾ ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ। ਜੁਗ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਇਮਾਨ ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ, ਭਗਤ ਵਚਲ ਪਤਿਤ ਪਾਵਨ ਕਰੁਣਾ ਨਿਧਾਨ ਉਪਮਾ ਮਹਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਕਾਰ ਸਨਮਾਨਯੋਗ ਸਾਧ ਸੰਗਤ, ਗੁਰੂ ਸਾਹਿਬ ਜੀ ਦੀਆਂ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਹੋਈਆਂ ਨੇ। ਗੁਰਸੰਗਤ ਰੂਪ 'ਚ ਗੁਰੂ ਦਰਬਾਰ ਵਿਖੇ ਜੁੜ ਬੈਠੇ ਹਾਂ ਔਰ ਇਹਨਾਂ ਸੁਭਾਗ ਘੜੀਆਂ ਨੂੰ ਸਫਲ ਬਣਾਉਂਦਿਆਂ ਹੋਇਆਂ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਪਾਵਨ ਔਰ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਹਿਤ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਨੇ। ਕੀਰਤਨ ਤੋਂ ਉਪਰੰਤ ਆਓ ਜੋ ਗੁਰਬਾਣੀ ਵਿਚਾਰ ਦੀ ਲੜੀ ਚੱਲ ਰਹੀ ਹੈ ਔਰ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਸ਼ਲੋਕ ਨਿਤਾ ਪ੍ਰਤੀ ਆਪ ਜੀ ਵਿਚਾਰ ਸਹਿਤ ਸ਼ਰਵਣ ਕਰਦੇ ਹੋ। ਤਿੰਨਾਂ ਸ਼ਲੋਕਾਂ ਦੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਪਿਆਰ ਸਹਿਤ ਅਦਬ ਸਹਿਤ ਫਤਿਹ ਦਾ ਜਵਾਬ ਫਤਿਹ 'ਚ ਦੇਵੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੇ ਪਾਵਨ ਪਵਿੱਤਰ ਇਹ ਜੋ ਸ਼ਲੋਕ ਹਨ, ਤਿੰਨਾਂ ਸ਼ਲੋਕਾਂ ਦੀ ਵਿਚਾਰ ਦੀ ਲੜੀ ਗੁਰੂ ਸਾਹਿਬ ਜੀ ਦੇ ਇਹਨਾਂ ਪਾਵਨ ਅਸਥਾਨਾਂ ਵਿਖੇ ਚੱਲ ਰਹੀ ਹੈ ਔਰ 226 ਸ਼ਲੋਕਾਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ। ਕੁੱਲ ਸ਼ਲੋਕ 243 ਹਨ, ਜਿਨ੍ਹਾਂ 'ਚ ਕੁਝ ਸ਼ਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੀ ਹਨ, ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਹਨ। ਪਰ ਆਰੰਭ ਦੇ ਵਿੱਚ ਜੋ ਸਿਰਲੇਖ ਹੈ ਉੱਥੇ ਸ਼ਲੋਕ ਭਗਤ ਕਬੀਰ ਜੀਓ ਕੇ ਭਾਵ ਕਬੀਰ ਜੀ ਦੇ ਨਾਮ ਥੱਲੇ ਹੀ ਇਹ ਸਾਰੇ ਸ਼ਲੋਕ ਅੰਕਿਤ ਹਨ। ਪਰ ਇੰਨਾ ਜ਼ਰੂਰ ਹੈ ਕਿ ਸ਼ਲੋਕਾਂ ਦੇ ਵਿੱਚ ਜਾ ਕੇ ਜਿੱਥੇ ਕੋਈ ਸ਼ਲੋਕ ਗੁਰੂ ਅਮਰਦਾਸ ਜੀ ਦਾ ਆਇਆ ਉਹਦੇ ਤੋਂ ਪਹਿਲਾਂ ਮਹੱਲਾ ਤੀਜਾ, ਜੇ ਕੋਈ ਸ਼ਲੋਕ ਗੁਰੂ ਅਰਜਨ ਦੇਵ ਜੀ ਦਾ ਆਇਆ ਤੇ ਮਹੱਲਾ ਪੰਜਵਾਂ ਲਿਖ ਦਿੱਤਾ ਗਿਆ, ਜਿਹਦੇ ਤੋਂ ਪਤਾ ਚੱਲਦਾ ਹੈ ਕਿ ਇਹ ਸ਼ਲੋਕ ਗੁਰੂ ਅਮਰਦਾਸ ਜੀ ਦਾ ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਕੁੱਲ ਸ਼ਲੋਕ 243 ਹਨ। 226 ਸ਼ਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਅਗਲੇਰੇ ਗੁਰੂ ਕੇ ਬਚਨ ਕਬੀਰ ਸਾਹਿਬ ਜੀ ਦੇ ਬਚਨ ਅੱਜ ਆਪਾਂ ਸਾਂਝੇ ਕਰਾਂਗੇ। ਕੱਲ੍ਹ ਜਿੱਥੋਂ ਵਿਚਾਰ ਨੂੰ ਸੰਕੋਚਿਆ ਸੀ, ਕਬੀਰ ਸਾਹਿਬ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਮਨੁੱਖ ਟੁੱਟਿਆ ਪਿਆ ਹੈ ਔਰ ਕੇਵਲ ਕੁਟੁੰਬ ਦੇ ਵਿੱਚ ਪਰਿਵਾਰ ਦੇ ਵਿੱਚ ਹੀ ਇਹ ਮਨ ਕਰਕੇ ਸੁਰਤ ਕਰਕੇ ਤਨ ਕਰਕੇ ਪੂਰੀ ਤਰ੍ਹਾਂ ਲੱਗਿਆ ਹੈ। ਔਰ ਇਹ ਆਪਾਂ ਵਿਚਾਰ ਕੱਲ੍ਹ ਵੀ ਕੀਤੀ ਸੀ ਕਿ ਸਤਿਗੁਰੂ ਦਾ ਜਿਹੜਾ ਸਿਧਾਂਤ ਹੈ ਬਹੁਤ ਸਪਸ਼ਟ ਸਿਧਾਂਤ ਹੈ। ਸਿੱਖ ਕਿਰਤ ਵੀ ਕਰੇ ਕੀਰਤੀ ਵੀ ਕਰੇ, ਸਿੱਖ ਪਰਿਵਾਰ ਵੀ ਪਾਲੇ, ਸਿੱਖ ਨਿਰੰਕਾਰ ਦੀ ਇਬਾਦਤ ਵੀ ਕਰੇ। ਤੇ ਜਿਨ੍ਹਾਂ ਲੋਕਾਂ ਨੇ ਭਗਤੀ ਦਾ ਨਾਮ ਲੈ ਕੇ ਪਰਿਵਾਰ ਨੂੰ ਛੱਡ ਦਿੱਤਾ
ਖਾਸ ਤੌਰ 'ਤੇ ਯੋਗ ਮਤ ਦੇ ਨਾਲ ਸੰਬੰਧਿਤ ਲੋਕਾਂ ਨੇ, ਸਿੱਧਾਂ ਨੇ, ਸਤਿਗੁਰੂ ਨੇ ਉਹਨਾਂ ਨੂੰ ਕਬੂਲ ਨਹੀਂ ਕੀਤਾ, ਬਲਕਿ ਉਹਨਾਂ ਨੂੰ ਸਮਝਾਉਂਦਿਆਂ ਗੁਰੂ ਸਾਹਿਬ ਨੇ ਇੱਥੋਂ ਤੱਕ ਬਚਨ ਕਹੇ ਕਿ ਤੁਹਾਡੇ ਨਾਲੋਂ ਗ੍ਰਸਤੀ ਬਿਹਤਰ ਹਨ। ਕਿਉਂਕਿ ਜਦੋਂ ਤੁਹਾਨੂੰ ਕੋਈ ਜ਼ਰੂਰਤ ਪੈਂਦੀ ਹੈ, ਕੋਈ ਲੋੜ ਹੁੰਦੀ ਹੈ, ਜਾਂ ਆਪਣੇ ਕੁਝ ਸਮੇਂ ਦਾ ਰਾਸ਼ਨ ਪਾਣੀ ਇਕੱਠਾ ਕਰਨ ਦੇ ਲਈ ਤੁਸੀਂ ਗ੍ਰਸਤੀ ਲੋਕਾਂ ਦੇ ਬੂਹੇ 'ਤੇ ਜਾ ਕੇ ਅਲੱਖ ਨਿਰੰਜਨ ਦਾ ਹੋਕਾ ਦੇ ਕੇ ਆਪਣਾ ਖੱਪਰ ਅੱਗੇ ਕਰਦੇ ਹੋ, ਅਤੇ ਗ੍ਰਸਤੀ ਬੰਦਾ ਕੁਝ ਨਾ ਕੁਝ ਤੁਹਾਡੇ ਖੱਪਰ ਦੇ ਵਿੱਚ ਜ਼ਰੂਰ ਪਾ ਦਿੰਦਾ ਹੈ, ਜਿੰਨੀ ਉਹਦੀ ਸਮਰੱਥਾ ਹੈ, ਪਹੁੰਚ ਹੈ। ਕੁਝ ਨਾ ਕੁਝ ਤੁਹਾਡੇ ਖੱਪਰ ਦੇ ਵਿੱਚ ਪਾ ਕੇ ਤੁਹਾਨੂੰ ਤੋਰਦਾ ਹੈ। ਹਾਲਾਂਕਿ ਉਹਦੀ ਕਿਰਤ ਦੇ ਵਿੱਚ, ਉਹਦੇ ਕਾਰੋਬਾਰ ਦੇ ਵਿੱਚ ਤੁਹਾਡਾ ਸਹਿਯੋਗ ਕੋਈ ਨਹੀਂ ਹੈ, ਫਿਰ ਵੀ ਉਹ ਤੁਹਾਨੂੰ ਦਰ ਆਇਆਂ ਨੂੰ ਕੁਝ ਨਾ ਕੁਝ ਦੇ ਕੇ ਤੋਰਦਾ ਹੈ। ਇੱਥੇ ਤੇ ਮਹਾਰਾਜ ਕਹਿੰਦੇ ਸਮਾਜ ਅੰਦਰ ਇੱਕ ਦਸਤੂਰ ਹੈ, ਆਪਾਂ ਮਾਰਕੀਟ ਤੋਂ ਵੀ, ਬਾਜ਼ਾਰ ਤੋਂ ਵੀ ਕੋਈ ਚੀਜ਼ ਲਿਆਉਂਦੇ ਹਾਂ, ਅਤੇ ਕੇਵਲ ਹੁਣ ਦਾ ਹੀ ਨਹੀਂ, ਇਹ ਤਾਂ ਸ਼ੁਰੂ ਤੋਂ ਹੀ ਇੱਕ ਇਹ ਸਿਸਟਮ ਬਣਿਆ ਹੋਇਆ ਹੈ ਕਿ ਜੇ ਕੁਝ ਲੈਣਾ ਹੋਵੇ ਤਾਂ ਕੁਝ ਦੇਣਾ ਪੈਂਦਾ ਹੈ, ਕੁਝ ਛੱਡਣਾ ਪੈਂਦਾ ਹੈ, ਕੁਝ ਗ੍ਰਹਿਣ ਕਰਨਾ। ਬਲਕਿ ਕੁਦਰਤ ਦਾ ਵੇਖੋ ਇੱਕ ਐਸਾ ਨਿਯਮ ਹੈ ਕਿ ਜੇ ਅਸੀਂ ਸਾਹ ਵੀ ਲੈਣਾ ਹੈ ਤੇ ਪਹਿਲਾਂ ਅੰਦਰਲਾ ਸਾਹ ਛੱਡਣਾ ਪੈਂਦਾ ਹੈ, ਫਿਰ ਦੂਜਾ ਸਾਹ ਸਾਨੂੰ ਮਿਲਦਾ ਹੈ। ਕੋਈ ਕਵੇ ਮੈਂ ਸਾਹ ਛੱਡਾਂਗਾ ਤੇ ਨਹੀਂ, ਪਰ ਹੋਰ ਸਾਹ ਲਈ ਜਾਵਾਂਗਾ, ਇੱਦਾਂ ਉਹ ਗੱਲ ਨਹੀਂ ਚੱਲਦੀ ਹੈ। ਮਹਾਰਾਜ ਕਹਿੰਦੇ ਸੰਸਾਰ ਅੰਦਰ ਜੇ ਕੁਝ ਹਾਸਲ ਕਰਨਾ ਹੈ ਤੇ ਉਹਦੇ ਬਦਲੇ ਕੁਝ ਦੇਣਾ ਪੈਂਦਾ ਹੈ। ਬਾਜ਼ਾਰ 'ਚੋਂ ਆਪਾਂ ਕੋਈ ਚੀਜ਼ ਖਰੀਦਦੇ ਹਾਂ, ਉਹਦੀ ਕੀਮਤ ਦਿੰਦੇ ਹਾਂ, ਫਿਰ ਉਹ ਪ੍ਰਾਪਤ ਹੁੰਦੀ ਹੈ ਉਹ ਵਸਤੂ ਜਿਹੜੀ ਸਾਨੂੰ ਚਾਹੀਦੀ ਹੈ। ਪੁਰਾਣਿਆਂ ਸਮਿਆਂ ਦੇ ਵਿੱਚ ਅਨਾਜ ਦੇ ਕੇ ਤੇ ਦੂਜੀਆਂ ਤੀਜੀਆਂ ਚੀਜ਼ਾਂ ਜ਼ਿਮੀਂਦਾਰ ਲੋਕ ਖਰੀਦਦੇ ਸਨ। ਸੋ ਕਹਿਣ ਦਾ ਭਾਵ ਮਹਾਰਾਜ ਕਹਿੰਦੇ ਸੰਸਾਰ ਦਾ ਤੇ ਇੱਕ ਅਸੂਲ ਹੈ ਨਾ ਕਿ ਇੱਥੇ ਦਿੱਤਾ ਲਈਏ, ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੇ। ਜੇ ਬੰਦਾ ਕਵੇ ਮੈਂ ਦਵਾਂ ਕੁਝ ਨਾ ਤੇ ਬਸ ਲਵਾਂ ਹੀ ਲਵਾਂ, ਤੇ ਫਿਰ ਗੱਲ ਨਹੀਂ ਬਣਦੀ ਹੈ। ਪਰ ਮਹਾਰਾਜ ਕਹਿੰਦੇ ਇਹ ਗ੍ਰਸਤੀ ਹੀ ਹੈ, ਇਹ ਗ੍ਰਸਤੀ ਦੇ ਜੀਵਨ ਦੀ, ਹਿਰਦੇ ਦੀ, ਮਨ ਦੀ ਵਿਸ਼ਾਲਤਾ ਹੀ ਹੈ। ਤੁਸੀਂ ਲੋਕ ਖੱਪਰ ਲੈ ਕੇ ਗ੍ਰਸਤੀ ਦੇ ਬੂਹੇ 'ਤੇ ਪਹੁੰਚ ਜਾਂਦੇ ਹੋ, ਅਲੱਖ ਨਿਰੰਜਨ ਕਿਹਾ ਤੇ ਖੱਪਰ ਅੱਗੇ ਕਰ ਦਿੱਤਾ ਜੀ, ਪਾਓ ਇਹਦੇ 'ਚ ਦਓ, ਕੁਝ ਨਾ ਕੁਝ ਖੱਪਰ 'ਚ ਪਾਓ। ਉਹ ਤੁਹਾਡੇ ਕੋਲੋਂ ਲੈਂਦਾ ਕੁਝ ਨਹੀਂ ਹੈ, ਤੁਹਾਡੇ ਖੱਪਰ ਦੇ ਵਿੱਚ ਕੁਝ ਨਾ ਕੁਝ ਪਾ ਦਿੰਦਾ ਹੈ, ਜਿਹਦੇ ਨਾਲ ਤੁਹਾਡਾ ਗੁਜ਼ਾਰਾ ਚੱਲਦਾ ਹੈ। ਕੁਝ ਗ੍ਰਸਤੀਆਂ ਦੇ ਘਰਾਂ 'ਚ ਜਾਂਦੇ ਹੋ, ਜੋ ਜ਼ਰੂਰਤ ਦੀਆਂ ਚੀਜ਼ਾਂ ਨੇ ਇਕੱਠੀਆਂ ਕਰ ਲਈਆਂ, ਅਤੇ ਫਿਰ ਉਹਦੇ ਨਾਲ ਅੱਗੇ ਕੁਝ ਸਮਾਂ ਚੱਲਦਾ ਗਿਆ, ਫਿਰ ਚੀਜ਼ਾਂ ਮੁੱਕੀਆਂ, ਫਿਰ ਪਹੁੰਚ ਗਏ, ਫਿਰ ਮੁੱਕੀਆਂ, ਫਿਰ ਪਹੁੰਚ ਗਏ। ਹੁਣ ਗੁਰੂ ਮਹਾਰਾਜ ਕਹਿੰਦੇ ਇੱਕ ਪਾਸੇ ਤੁਸੀਂ ਹੋ ਜਿਹੜੇ ਗ੍ਰਸਤ ਨੂੰ ਮਾੜਾ ਕਹਿ ਕੇ ਤੇ ਇਹ ਦਾਅਵਾ ਕਰਦੇ ਹੋ ਕਿ ਤੁਸੀਂ ਜੋਗ ਭੇਖ ਧਾਰਨ ਕਰ ਲਿਆ ਹੈ। ਦੂਜੇ ਪਾਸੇ ਗ੍ਰਸਤੀ ਹੈ, ਉਹ ਆਪਣੇ ਪਰਿਵਾਰ ਨੂੰ ਵੀ ਪਾਲਦਾ ਪਿਆ ਹੈ ਕਿਰਤ ਵਿਰਤ ਕਰਕੇ, ਉਹ ਆਪਣੇ ਸਮਾਜ ਦੀਆਂ ਜ਼ਿੰਮੇਵਾਰੀਆਂ ਵੀ ਸੰਭਾਲ ਰਿਹਾ ਹੈ। ਸਮਾਜ ਅੰਦਰ ਵੀ ਜਿੱਥੇ ਜਿੱਥੇ ਜ਼ਰੂਰਤ ਪੈਂਦੀ ਹੈ, ਕਿਰਤੀ ਬੰਦਾ, ਗ੍ਰਸਤੀ ਬੰਦਾ ਅੱਗੇ ਹੋ ਕੇ ਉੱਥੇ ਉਹ ਕਾਰਜ ਵੀ ਕਰਦਾ ਹੈ, ਜਿਹਦੇ ਨਾਲ ਸਮੁੱਚੇ ਰੂਪ ਦੇ ਵਿੱਚ ਸਮਾਜ ਦੀ ਤਰੱਕੀ ਚੱਲਦੀ ਹੈ। ਅਤੇ ਜੇ ਕੋਈ ਤੁਹਾਡੇ ਵਰਗਾ ਉਹਨਾਂ ਦੇ ਦੁਆਰੇ 'ਤੇ ਜਾ ਕੇ ਖੱਪਰ ਲੈ ਕੇ ਕੁਝ ਮੰਗਦਾ ਹੈ, ਉਹ ਤੁਹਾਡੀ ਵੀ ਝੋਲੀ 'ਚ, ਤੁਹਾਡੇ ਵੀ ਖੱਪਰ ਦੇ ਵਿੱਚ ਕੁਝ ਨਾ ਕੁਝ ਪਾ ਦਿੰਦੇ ਹਨ। ਅਤੇ ਮਹਾਰਾਜ ਕਹਿੰਦੇ ਇੱਕ ਪਾਸੇ ਤੁਸੀਂ ਗ੍ਰਸਤੀਆਂ ਦੇ ਕੋਲੋਂ ਲੋੜ ਦੀਆਂ ਵਸਤੂਆਂ ਲੈਂਦੇ ਹੋ, ਆਪਣਾ ਗੁਜ਼ਾਰਾ ਚਲਾਉਂਦੇ ਹੋ, ਦੂਜੇ ਪਾਸੇ ਦਿਨ ਰਾਤ ਤੁਸੀਂ ਗ੍ਰਸਤ ਨੂੰ ਭੰਡਣ 'ਤੇ ਲੱਗੇ ਹੋ ਜੀ। ਇਹ ਤੇ ਰੱਬ ਦੇ ਰਸਤੇ 'ਚ ਰੁਕਾਵਟ ਹੈ, ਗ੍ਰਸਤੀ ਤੇ ਰੱਬ ਤੱਕ ਪਹੁੰਚ ਨਹੀਂ ਸਕਦਾ ਹੈ, ਗ੍ਰਸਤ ਤੇ ਜਾਲ ਹੈ, ਜੰਜਾਲ ਹੈ। ਹਜ਼ੂਰ ਕਹਿਣ ਲੱਗੇ ਜੇ ਮੰਨ ਲਵੋ ਸਾਰੇ ਹੀ ਲੋਕ ਗ੍ਰਸਤ ਛੱਡ ਕੇ ਤੇ ਤੁਹਾਡੇ ਤਰ੍ਹਾਂ ਤਿਆਗੀ ਬਣ ਜਾਣ, ਫਿਰ ਦੱਸੋ ਸਮਾਜ ਚੱਲ ਸਕਦਾ ਹੈ? ਜੇ ਸਾਰੇ ਹੀ ਕਿਰਤ ਛੱਡ ਕੇ ਬਹਿ ਜਾਣ ਜੀ ਅਸੀਂ ਤਾਂ ਜੋਗੀ ਬਣ ਕੇ ਤੇ ਰੱਬ ਨੂੰ ਪਾਉਣਾ ਹੈ, ਸਾਰੇ ਹੀ ਛੱਡ ਦੇਣ, ਗ੍ਰਸਤ ਕਿਰਤ ਛੱਡ ਦੇਣ, ਮਹਾਰਾਜ ਕਹਿੰਦੇ ਫਿਰ ਦੱਸੋ
ਕਿੱਦਾਂ ਜੀਵਨ ਦੀ ਖੇਡ ਚੱਲ ਸਕਦੀ ਹੈ, ਕਿੱਥੋਂ ਭੋਜਨ ਪਾਣੀ ਪ੍ਰਾਪਤ ਹੋਵੇਗਾ। ਇਸ ਕਰਕੇ ਹਜ਼ੂਰ ਨੇ ਉਹਨਾਂ ਲੋਕਾਂ ਨੂੰ ਕਬੂਲ ਨਹੀਂ ਕੀਤਾ। ਮਹਾਰਾਜ ਦੇ ਬਚਨ ਸਨ, ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕੇ ਘਰ ਮੰਗਣ ਜਾਈ, ਬਿਨ ਦਿੱਤੇ ਕਿਛ ਹੱਥ ਨਾ ਆਈ। ਸੋ ਮਹਾਰਾਜ ਨੇ ਉਹਨਾਂ ਨੂੰ ਵੀ ਕਬੂਲ ਨਹੀਂ ਕੀਤਾ ਜਿਨ੍ਹਾਂ ਨੇ ਗ੍ਰਸਤ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ, ਅਤੇ ਉਹਨਾਂ ਨੂੰ ਵੀ ਕਬੂਲ ਨਹੀਂ ਕੀਤਾ ਜਿਹੜੇ ਬਸ ਗ੍ਰਸਤ ਦੇ ਧੰਦਿਆਂ ਦੇ ਵਿੱਚ ਹੀ ਫਸੇ ਰਹਿੰਦੇ ਨੇ, ਅਤੇ ਜਿਨ੍ਹਾਂ ਨੂੰ ਰੱਬ ਚੇਤੇ ਹੀ ਨਹੀਂ ਹੈ, ਪਰਮਾਤਮਾ ਚੇਤੇ ਹੀ ਨਹੀਂ ਹੈ, ਕੋਈ ਚੰਗਾ ਕਰਮ ਚੇਤੇ ਹੀ ਨਹੀਂ। ਮਹਾਰਾਜ ਕਹਿੰਦੇ ਗ੍ਰਸਤ ਵੀ ਚਲਾਵੋ, ਪਰ ਨਾਲ ਦੀ ਨਾਲ ਪਰਮਾਤਮਾ ਦੀ ਇਬਾਦਤ ਬੰਦਗੀ ਵੀ ਕਰੋ, ਤਾਂ ਕਿ ਸੰਸਾਰ ਵਾਲੇ ਪਾਸੇ ਵੀ ਅਸੀਂ ਪੂਰਾ ਉਤਰ ਸਕੀਏ ਔਰ ਨਿਰੰਕਾਰ ਵਾਲੇ ਪਾਸੇ ਵੀ ਅਸੀਂ ਪੂਰਾ ਉਤਰ ਸਕੀਏ, ਅਤੇ ਸੰਸਾਰ 'ਚ ਰਹਿੰਦਿਆਂ ਹੋਇਆਂ ਅਸੀਂ ਨਿਰੰਕਾਰ ਤੱਕ ਪਹੁੰਚ ਜਾਈਏ। ਕਿਉਂਕਿ ਗੁਰਮਤਿ ਦੀ ਜਿਹੜੀ ਵਿਚਾਰਧਾਰਾ ਹੈ, ਕਿਉਂਕਿ ਧਰਮ ਸਾਨੂੰ ਅਸਲ ਦੇ ਵਿੱਚ ਪਰਮੇਸ਼ਰ ਦੇ ਨਾਲ ਜੋੜਦਾ ਹੈ, ਪਰ ਜਿਹੜਾ ਗੁਰੂ ਨਾਨਕ ਮਹਾਰਾਜ ਨੇ ਧਰਮ ਤੇ ਸਿਧਾਂਤ ਸਾਨੂੰ ਦਿੱਤਾ ਹੈ, ਉਹ ਸੰਸਾਰ ਦੇ ਨਾਲ ਜੋੜ ਕੇ ਨਿਰੰਕਾਰ ਦੇ ਨਾਲ ਜੋੜਨ ਵਾਲਾ ਧਰਮ ਹੈ। ਗ੍ਰਸਤ ਦੀ ਗੱਲ ਵੀ ਸਤਿਗੁਰਾਂ ਨੇ ਕੀਤੀ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੇ ਰੜਾਇਆ ਬਲਰਾਮ ਜੀਓ। ਪ੍ਰਵਿਰਤੀ ਮਾਰਗ ਗ੍ਰਸਤੀ ਮਾਰਗ ਤੋਂ ਗੱਲ ਆਰੰਭ ਕੀਤੀ। ਇੱਥੋਂ ਚੱਲਦਿਆਂ ਹੀ ਮਹਾਰਾਜ ਕਹਿੰਦੇ ਮਨ ਸਹਿਜ ਭਇਆ, ਮਨ ਚਾਓ ਭਇਆ ਵਾਲੀ ਅਵਸਥਾ ਤੱਕ ਬੰਦਾ ਪਹੁੰਚ ਸਕਦਾ ਹੈ। ਜਿਹੜਾ ਚੰਗਾ ਗ੍ਰਸਤੀ ਨਹੀਂ ਹੈ, ਜਿਹੜਾ ਚੰਗਾ ਕਿਰਤੀ ਨਹੀਂ ਹੈ, ਉਹ ਚੰਗਾ ਭਗਤ ਵੀ ਨਹੀਂ ਬਣ ਸਕਦਾ ਹੈ। ਜਿੰਨੇ ਭਗਤਾਂ ਦੀ ਬਾਣੀ ਭਾਵੇਂ ਕਬੀਰ ਸਾਹਿਬ, ਰਵਿਦਾਸ ਸਾਹਿਬ, ਨਾਮਦੇਵ ਸਾਹਿਬ ਕਿਰਤੀ ਹਨ, ਕਿਰਤ ਕਰਦਿਆਂ ਹੋਇਆਂ ਕੀਰਤੀ ਕਰਦੇ ਨੇ ਅਤੇ ਸਮਝਾਉਂਦੇ ਨੇ ਕਿ ਉਹ ਬੈਲੈਂਸ ਕਿੱਦਾਂ ਬਣਾ ਕੇ ਚੱਲਣਾ ਹੈ। ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਬੀਰ ਸਾਹਿਬ ਕਹਿੰਦੇ ਜਿਹੜਾ ਬੰਦਾ ਕੇਵਲ ਧੰਦੇ 'ਚ ਹੀ ਅਟਕਿਆ ਰਹਿ ਜਾਂਦਾ ਹੈ, ਉਹਦਾ ਜੀਵਨ ਵੀ ਇੱਦਾਂ ਹੀ ਵਿਅਰਥ ਚਲਿਆ ਜਾਂਦਾ ਹੈ। ਰਾਮ ਨਾਮ ਜਾਣਿਓ ਨਹੀਂ ਦੇ ਬਿਰਤੀ 'ਚ। ਅੱਗੇ ਕਬੀਰ ਸਾਹਿਬ 227 ਨੰਬਰ ਸ਼ਲੋਕ 'ਚ ਫਰਮਾਨ ਕਰਦੇ, ਕਬੀਰ ਆਖੀ ਕੇਰੇ ਮਟੁਕੇ, ਪਲ ਪਲ ਗਈ ਵਹਾਏ। ਇਹ ਸਾਡੀ ਜ਼ਿੰਦਗੀ ਹੈ। ਇਹਨੂੰ ਗੁਰੂ ਮਹਾਰਾਜ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਇਹ ਲਗਾਤਾਰ ਜੀਵਨ ਚੱਲਦਾ ਜਾਂਦਾ ਹੈ, ਚੱਲਦਾ ਜਾਂਦਾ ਹੈ। ਇਹ ਚਲਾਉਣਾ ਨਹੀਂ ਪੈਂਦਾ, ਸਾਹ ਲੈਣੇ ਨਹੀਂ ਪੈਂਦੇ ਨੇ, ਸਵਾਸ ਤਾਂ ਆਪਣੇ ਆਪ ਚੱਲ ਰਿਹਾ ਹੈ। ਕੋਈ ਯਤਨ ਨਹੀਂ ਕਰਨਾ ਪੈਂਦਾ ਹੈ। ਸਾਨੂੰ ਬਚਪਨ ਤੋਂ ਜਵਾਨੀ ਤੱਕ ਪਹੁੰਚਣ ਦੇ ਲਈ, ਜਵਾਨੀ ਤੋਂ ਬੁਢਾਪੇ ਤੱਕ ਪਹੁੰਚਣ ਦੇ ਲਈ ਸਮੇਂ ਦੇ ਨਾਲ ਤਬਦੀਲੀ ਆਪਣੇ ਆਪ ਆਉਂਦੀ ਜਾਂਦੀ ਹੈ। ਸਰੀਰ ਦੇ ਵਿੱਚ, ਵਿਹਾਰ ਦੇ ਵਿੱਚ, ਮਨੁੱਖ ਦੇ ਸੋਚ ਦੇ ਵਿੱਚ ਆਪਣੇ ਆਪ ਉਮਰ ਦੇ ਨਾਲ ਹਰ ਚੀਜ਼ ਬਦਲਦੀ ਜਾਂਦੀ, ਹਰ ਚੀਜ਼ ਬਦਲਦੀ ਜਾਂਦੀ ਹੈ। ਅਤੇ ਕਈ ਵਾਰ ਬੰਦਾ ਕਹਿੰਦਾ ਸਮੇਂ ਦਾ ਪਤਾ ਹੀ ਨਹੀਂ ਲੱਗਿਆ, ਕੱਲ੍ਹ ਦੀਆਂ ਗੱਲਾਂ ਸਨ, ਕਿਵੇਂ ਖੇਡਦੇ ਮਲਦੇ ਸੰਭਾਲ ਉਮਰ, ਹੁਣ ਜਵਾਨੀ 'ਚ ਆ ਗਏ ਹਾਂ ਜਾਂ ਬੁਢਾਪੇ 'ਚ ਬੰਦਾ ਪਹੁੰਚ ਗਿਆ, ਜਵਾਨੀ ਦੀਆਂ ਗੱਲਾਂ ਨੂੰ ਚੇਤੇ ਕਰਦਾ ਹੈ। ਜਿਵੇਂ ਧੰਨ ਬਾਬਾ ਫਰੀਦ ਸਾਹਿਬ ਇੱਕ ਦਿਨ ਮੰਜੇ 'ਤੇ ਲੇਟੇ, ਪਿਆਸ ਲੱਗੀ, ਬਹੁਤ ਬਿਰਧ ਅਵਸਥਾ, ਅਤੇ ਸਰਾਣੇ ਪਿਆ ਹੈ ਪਾਣੀ ਦਾ ਘੜਾ, ਅਤੇ ਹੋਰ ਕੋਈ ਨੇੜੇ ਨਹੀਂ ਸੀ ਜਿਹੜਾ ਸਰਾਣਿਓਂ ਉਹ ਸੁਰਾਹੀ 'ਚੋਂ ਜਾਂ ਘੜੇ 'ਚੋਂ ਪਾਣੀ ਗਿਲਾਸ 'ਚ ਪਾ ਕੇ ਪਕੜਾ ਸਕਦਾ। ਅਤੇ ਬੈਠਿਆਂ ਬੈਠਿਆਂ ਫਿਰ ਫਰੀਦ ਸਾਹਿਬ ਜੀ ਉਹ ਪਿਛਲਾ ਸਮਾਂ ਸੋਚਦੇ ਹਨ। ਅਤੇ ਅਕਸਰ ਬੰਦਾ ਸੋਚਦਾ ਹੈ, ਅਸੀਂ ਵੀ ਸੋਚਦੇ ਹਾਂ, ਜਿਹੜਾ ਸਮਾਂ ਲੰਘ ਜਾਂਦਾ ਹੈ ਉਹਦੀਆਂ ਕਈ ਪ੍ਰਕਾਰ ਦੀਆਂ ਯਾਦਾਂ ਸਾਡੇ ਮਨ ਅੰਦਰ ਸਮੇਂ ਸਮੇਂ 'ਤੇ ਯਾਦ ਆਉਂਦੀਆਂ ਨੇ, ਜਦੋਂ ਕੋਈ ਨਾ ਕੋਈ ਸਮਾਂ, ਕੋਈ ਮਾਹੌਲ, ਕੋਈ ਇੱਦਾਂ ਦਾ ਵਕਤ ਬਣਦਾ ਹੈ। ਅਤੇ ਉਹ ਬਾਬਾ ਫਰੀਦ ਸਾਹਿਬ ਫਿਰ ਸੋਚਦੇ ਹਨ, ਕਹਿੰਦੇ ਫਰੀਦਾ ਇੰਨੀ ਨਿੱਕੀ ਜੰਗੀਆਂ ਥਲ ਡੂੰਗਰ ਭਵਿਓਮ, ਜਦੋਂ ਸਰੀਰ ਦੀ ਇੰਨੀ ਹਿੰਮਤ ਨਹੀਂ ਪਈ ਕਿ ਉੱਠ ਕੇ ਬਿਲਕੁਲ ਨੇੜੇ ਪਏ ਹੋਏ ਪਾਣੀ ਦੇ ਘੜੇ 'ਚੋਂ ਮੈਂ ਪਾਣੀ ਪੀ ਲਵਾਂ। ਫਿਰ ਵਹਿੰਦੇ ਨੇ ਆਪਣੇ ਸਰੀਰ ਵੱਲ, ਬਿਰਧ ਹੋਈਆਂ ਲੱਤਾਂ ਵਾਲੇ ਪਾਸੇ, ਪੈਰਾਂ ਵਾਲੇ ਪਾਸੇ, 4 ਕਦਮ ਜਾਂ 2 ਕਦਮ ਪੁੱਟ ਕੇ ਪਾਣੀ ਦੇ ਘੜੇ ਤੱਕ ਜਾਣਾ ਔਖਾ ਹੈ। ਹਾਲਾਂਕਿ ਕੋਈ ਉਚਾਈ 'ਤੇ ਨਹੀਂ ਹੈ, ਕੋਈ ਦੂਰ ਨਹੀਂ ਹੈ, ਕੋਈ ਪਹਾੜਾਂ 'ਤੇ ਨਹੀਂ। ਫਿਰ ਸੋਚਦੇ ਨੇ ਫਰੀਦਾ, ਆਪਣੇ ਆਪ ਨੂੰ ਕਹਿੰਦੇ ਨੇ ਕਿ ਇਹ ਫਰੀਦ ਕਦੇ ਸਮਾਂ ਸੀ, ਇਹੀ ਲੱਤਾਂ ਸਨ,
ਤੇ ਉੱਚੇ ਉੱਚੇ ਪਹਾੜ ਵੀ ਕੁਝ ਨਹੀਂ ਸੀ ਲੱਗਦੇ। 4 ਲਾਂਘਾਂ ਪੁੱਟਦੇ ਸਾਂ ਤੇ ਪਹਾੜਾਂ ਦੇ ਸਿਖਰ ਤੇ ਪਹੁੰਚ ਜਾਂਦੇ ਸਾਂ। ਥਕਾਵਟ ਵੀ ਕੋਈ ਨਹੀਂ ਸੀ ਹੁੰਦੀ। ਫਰੀਦਾ ਇੰਨੀ ਨਿੱਕੀ ਜੰਗੀਆਂ ਥਲ ਡੂੰਗਰ ਭਵਿਓਮ, ਅੱਜ ਫਰੀਦਾ ਕੂੰਜੜਾ ਸਹਿ ਕੋਹਾਂ ਥੀ ਓਮ। ਕਹਿੰਦੇ ਅੱਜ ਆ ਸਰਾਣੇ ਪਿਆ ਹੈ ਪਾਣੀ ਦਾ ਘੜਾ, ਤੇ ਇੱਦਾਂ ਲੱਗਦਾ ਹੈ ਜਿੱਦਾਂ ਸਰਾਣੇ ਨਹੀਂ ਪਿਆ ਹੈ, ਬਲਕਿ 100 ਕੋ ਦੂਰ ਪਿਆ ਹੈ, 100 ਕੋ ਦੂਰ ਪਿਆ ਹੈ। ਕਿਉਂਕਿ ਹੁਣ ਉਹ ਨੇੜੇ ਪਈ ਚੀਜ਼ ਵੀ ਇੱਦਾਂ ਲੱਗਦੀ ਹੈ ਜਿੱਦਾਂ ਬੜੀ ਦੂਰ ਹੈ, ਕਿਉਂਕਿ ਸਰੀਰ ਅੰਦਰ ਉਹ ਐਨਰਜੀ, ਸਰੀਰ ਅੰਦਰ ਉਹ ਤਾਕਤ, ਉਹ ਬਲ ਨਹੀਂ ਰਿਹਾ ਹੈ। ਉਹ ਕਹਿੰਦੇ ਕੱਲ੍ਹ ਦੀਆਂ ਗੱਲਾਂ ਪਹਾੜੀਆਂ ਵੀ ਕੁਝ ਨਹੀਂ ਸੀ ਲੱਗਦੀਆਂ, ਉੱਚੀਆਂ ਉੱਚੀਆਂ ਚੋਟੀਆਂ ਵੀ ਲੱਗਦੀਆਂ ਸੀ ਜਿਵੇਂ ਸਧਾਰਨ ਸਿੱਧੀ ਪੱਧਰੀ ਜ਼ਮੀਨ ਹੀ ਆ, ਮਾਰਦੇ ਛਾਲ ਪਹੁੰਚ ਜਾਂਦੇ ਸੀ। ਪਰ ਕਦੋਂ ਸਮਾਂ ਲੰਘ ਗਿਆ, ਅੱਖਾਂ ਝਮਕਦਿਆਂ ਹੀ ਪਤਾ ਹੀ ਕੁਝ ਨਾ ਲੱਗਿਆ। ਕਬੀਰ ਸਾਹਿਬ ਕਹਿੰਦੇ ਬੰਦਾ ਅੱਖਾਂ ਝਮਕਦਾ ਹੈ ਭਾਵ, ਤੇ ਇਹ ਜ਼ਿੰਦਗੀ ਲੰਘ ਜਾਂਦੀ ਹੈ ਭਾਵ ਪਤਾ ਹੀ ਨਹੀਂ ਲੱਗਦਾ ਹੈ ਕਿਹੜੇ ਵੇਲੇ ਜ਼ਿੰਦਗੀ ਦਾ ਸਮਾਂ ਲੰਘ ਗਿਆ ਹੈ। ਬੰਦਾ ਜੰਜਾਲਾਂ 'ਚ ਫਸਿਆ, ਜਾਲਾਂ 'ਚ ਫਸਿਆ, ਪਰਿਵਾਰ 'ਚ ਫਸਿਆ, ਧੰਦਿਆਂ 'ਚ ਫਸਿਆ, ਬਸ ਇਹ ਸੋਚੀ ਜਾਂਦਾ ਆਹ ਕੰਮ ਨਿਪਟਾ ਲਵਾਂ ਫਿਰ ਰੱਬ ਦੀ ਭਗਤੀ ਕਰਾਂਗੇ, ਆਹ ਕਾਰਜ ਕਰ ਲਵਾਂ, ਉਦੋਂ ਬਾਅਦ ਧਰਮ ਵਾਲੇ ਪਾਸੇ ਤੁਰਾਂਗੇ, ਉਦੋਂ ਬਾਅਦ ਬਾਣੀ ਵਾਲੇ ਪਾਸੇ, ਅੰਮ੍ਰਿਤ ਵਾਲੇ ਪਾਸੇ, ਗੁਰਮਤਿ ਵਾਲੇ ਪਾਸੇ ਜੁੜਾਂਗਾ। ਤੇ ਪਤਾ ਹੀ ਕੁਝ ਨਹੀਂ ਲੱਗਦਾ ਹੈ ਕਿਵੇਂ ਸਮਾਂ ਸਾਰੇ ਦਾ ਸਾਰਾ ਜ਼ਿੰਦਗੀ ਲੰਘ ਗਈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਮਹਾਰਾਜ ਕਹਿੰਦੇ ਉਧਰ ਤੇ ਨਜ਼ਰ ਹੀ ਨਹੀਂ ਪੈਂਦੀ ਹੈ। ਮਿੱਥਿਆ ਮੋਹ ਬੰਧੈ ਨਿਤ ਪਾਰਚ, ਦਿਨ ਰਾਤ ਬੰਦਾ ਨਾਸ਼ਵਾਨ ਪਦਾਰਥਾਂ ਦੀਆਂ ਪੰਡਾਂ ਬੰਨਣ 'ਚ ਲੱਗਾ ਰਹਿੰਦਾ। ਕਹਿੰਦਾ ਬਸ ਇੱਕ ਪੰਡ ਹੋਰ ਬੰਨ ਲਵਾਂ ਫਿਰ ਜਪਾਂਗਾ, ਫਿਰ ਹੋਰ ਇੱਕ ਬੰਨ ਲਵਾਂ ਫਿਰ ਜਪਾਂਗਾ। ਇੱਦਾਂ ਫਿਰ ਜੀਵਨ ਲੰਘ ਜਾਂਦਾ। ਮਨ ਜੰਜਾਲ ਨਾ ਛੋੜਈ, ਜਮ ਦੀਆ ਦਮਾਮਾ ਆਏ। ਕਬੀਰ ਸਾਹਿਬ ਕਹਿੰਦੇ ਮਨ ਮਾਇਆ ਦੇ ਜਾਲ ਤੇ ਜੰਜਾਲ ਛੱਡ ਨਹੀਂ ਪਾਉਂਦਾ ਹੈ। ਇੰਨੀ ਦੇਰ ਨੂੰ ਜਮ ਨਗਾਰੇ ਵਜਾਉਂਦਿਆਂ ਹੋਇਆਂ ਤੇ ਇਹਦੇ ਕੋਲ ਪਹੁੰਚ ਜਾਂਦੇ ਹਨ ਕਿ ਚੱਲ ਹੁਣ ਤੇਰਾ ਸਮਾਂ ਆ ਗਿਆ। ਤੇ ਜਦੋਂ ਹੁਣ ਉਹ ਸਮਾਂ ਆਉਂਦਾ ਫਿਰ ਬੰਦਾ ਸੋਚਦਾ ਹੈ ਕਿ ਸਾਰੀ ਜ਼ਿੰਦਗੀ ਪਦਾਰਥ ਵਿਹਾਜਦਾ ਰਹਿ ਗਿਆ, ਪਰਮਾਰਥ ਤਾਂ ਵਿਹਾਜਿਆ ਹੀ ਕੋਈ ਨਹੀਂ ਹੈ। ਸਾਰੀ ਜ਼ਿੰਦਗੀ ਧੰਦੇ ਵਾਲੇ ਪਾਸੇ ਹੀ ਲੱਗਿਆ ਰਿਹਾ, ਧਰਮ ਵਾਲੇ ਪਾਸੇ ਤੇ ਮੈਂ ਤੁਰਿਆ ਹੀ ਨਹੀਂ ਹਾਂ। ਤੇ ਇਹਨੂੰ ਹਜ਼ੂਰ ਕਹਿੰਦੇ ਅੱਖਾਂ ਉੱਥੇ ਜਾ ਕੇ ਖੁੱਲ੍ਹਦੀਆਂ ਹਨ ਜਿੱਥੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਹੈ, ਕੁਝ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਮਾਂ ਤੇ ਸਾਰੇ ਦਾ ਸਾਰਾ ਲੰਘ ਗਿਆ ਹੈ। ਜੀਵਨ ਔਧ ਤਾਂ ਸਾਰੀ ਦੀ ਸਾਰੀ ਦਿਨ ਤੇ ਪਹਿਰ ਤੇ ਘਰੀਆਂ ਆਵ ਘਟੈ ਤਨ ਸੀਜੈ। ਜਿਵੇਂ ਜਿਵੇਂ ਇਹ ਸਮੇਂ ਦੀ ਚਾਲ ਚੱਲਦੀ ਹੈ, ਗੁਰੂ ਕਹਿੰਦੇ ਜੀਵਨ ਦਾ ਸਮਾਂ ਘਟਦਾ ਜਾਂਦਾ ਹੈ। ਆਵ ਘਟੈ ਤਨ ਸੀਜੈ, ਤਨ ਸਿੱਝਦਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਭਗਤ ਕਬੀਰ ਜੀ ਦਾ ਜਿਹੜਾ ਸਭ ਤੋਂ ਪਹਿਲਾ ਸ਼ਲੋਕ ਹੈ, ਉੱਥੇ ਹੀ ਕਬੀਰ ਸਾਹਿਬ ਨੇ ਇਸ ਚੀਜ਼ ਤੋਂ ਸਾਨੂੰ ਸੁਚੇਤ ਕੀਤਾ ਕਿ ਮਤ ਸਮਝੋ ਬੱਚਾ ਵੱਡਾ ਹੋ ਰਿਹਾ ਹੈ, ਬੰਦਾ ਵੱਡਾ ਹੋ ਰਿਹਾ। ਵੱਡਾ ਇੱਥੇ ਕੁਝ ਨਹੀਂ ਹੁੰਦਾ ਹੈ, ਸਮੇਂ ਦੇ ਨਾਲ ਹਰ ਚੀਜ਼ ਛੋਟੀ ਹੋ ਰਹੀ ਹੈ। ਸੂਰਜ ਚੜਾ ਵਿਜੋਗ ਸਭਸੈ ਘਟੈ ਆਰਜਾ। ਹਰ ਚੀਜ਼ ਜਿਵੇਂ ਜਿਵੇਂ ਸੂਰਜ ਚੜ੍ਹਦਾ, ਦਿਨ ਲੰਘਦਾ, ਰਹਿਣ ਹੁੰਦੀ ਹੈ, ਇਹ ਕਾਲ ਚੱਕਰ ਦੇ ਵਿੱਚ ਹਰ ਚੀਜ਼ ਘਟ ਰਹੀ ਹੈ। ਇਹ ਦੋ ਸ਼ਬਦ ਹਨ, ਇੱਕ ਹੈ ਕਾਲ, ਇੱਕ ਹੈ ਅਕਾਲ। ਜੋ ਇਹ ਦ੍ਰਿਸ਼ਟਮਾਨ ਹੈ, ਜਾਂ ਆਪਾਂ ਇੱਦਾਂ ਕਹਿ ਲਈਏ ਪ੍ਰਮਾਤਮਾ ਦੇ ਜਿਹੜੇ ਦੋ ਰੂਪ ਹਨ, ਨਿਰਗੁਣ ਤੇ ਸਰਗੁਣ। ਜੋ ਨਿਰਗੁਣ ਰੂਪ ਹੈ ਉਹ ਹੈ ਅਕਾਲ ਰੂਪ, ਸਮੇਂ ਦੇ ਪ੍ਰਭਾਵ ਤੋਂ ਰਹਿਤ, ਕਦੇ ਬਿਨਸਦਾ ਨਹੀਂ ਹੈ, ਜੰਮਦਾ ਨਹੀਂ ਹੈ, ਮਰਦਾ ਨਹੀਂ ਹੈ, ਉਹਦੇ 'ਤੇ ਕੋਈ ਸਮੇਂ ਦਾ ਪ੍ਰਭਾਵ ਹੀ ਨਹੀਂ ਹੈ। ਤੇ ਜੋ ਸਰਗੁਣ ਰੂਪ ਹੈ ਉਹ ਹੈ ਕਾਲ, ਕਾਲ ਭਾਵ ਸਮਾਂ। ਤੇ ਉਹ ਸਰਗੁਣ ਸਰੂਪ ਜਿਹੜਾ ਹੈ ਉਹਦੇ 'ਚ ਹਰ ਚੀਜ਼ ਸਮੇਂ ਦੇ ਨਾਲ ਬਿਨਸਦੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸੰਸਾਰ ਕੀ ਹੈ? ਸੱਚੇ ਪਰਮਾਤਮਾ ਦਾ ਘਰ, ਤੇ ਇਹਦੇ 'ਚ ਸੱਚੇ ਵਾਹਿਗੁਰੂ ਦਾ ਵਾਸਾ ਹੈ। ਹੁਣ ਘਰ ਦੀ ਤੇ ਹਰ ਚੀਜ਼ ਸਮੇਂ ਦੇ ਨਾਲ ਬਿਨਸਦੀ ਹੈ, ਸੰਸਾਰ ਦੀ ਹਰ ਚੀਜ਼ ਸਮੇਂ ਦੇ ਨਾਲ ਪੁਰਾਣੀ ਹੁੰਦੀ, ਖਤਮ ਹੁੰਦੀ ਹੈ, ਨਵੀਆਂ ਚੀਜ਼ਾਂ ਕ੍ਰੀਏਟ ਹੁੰਦੀਆਂ ਨੇ, ਪੁਰਾਣੀਆਂ ਚੀਜ਼ਾਂ ਬਿਨਸਦੀਆਂ ਜਾਂਦੀਆਂ ਹਨ। ਪਰ ਜਿਹੜਾ ਇਸ ਘਰ ਦਾ ਮਾਲਕ ਹੈ ਨਿਰੰਕਾਰ ਪਰਮਾਤਮਾ, ਉਹਦੇ ਬਾਰੇ ਗੁਰੂ ਮਹਾਰਾਜ ਕਹਿੰਦੇ ਉਹ ਹੈ ਅਟਲ,
ਉਹ ਕਦੇ ਪੁਰਾਣਾ ਹੋਣ ਵਾਲਾ ਨਹੀਂ ਹੈ, ਕਦੇ ਬਿਨਸਣ ਵਾਲਾ ਨਹੀਂ ਹੈ। ਉਹਨੂੰ ਹਜ਼ੂਰ ਕਹਿੰਦੇ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਹਮੇਸ਼ਾ ਸੱਚ, ਹਮੇਸ਼ਾ ਹੀ ਰਹਿਣ ਵਾਲਾ ਹੈ, ਕਦੇ ਖਤਮ ਹੋਣ ਵਾਲਾ ਨਹੀਂ। ਤੇ ਕਬੀਰ ਸਾਹਿਬ ਕਹਿੰਦੇ ਬਾਕੀ ਤਾਂ ਹਰ ਚੀਜ਼ ਬਿਨਸਨਹਾਰ, ਸਮੇਂ ਦੇ ਕਾਲ ਦੇ ਚੱਕਰ 'ਚ ਹੈ। ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਔਧ ਕਟਤ ਹੈ। ਮਾਂ ਸੋਚਦੀ ਹੈ ਮੇਰਾ ਪੁੱਤ, ਮੇਰਾ ਬੱਚਾ ਵੱਡਾ ਹੋ ਰਿਹਾ ਹੈ, ਕਦੇ ਇਹ ਨਹੀਂ ਸੋਚਦੀ ਕਿ ਇਹਦੀ ਤੇ ਉਮਰ ਘਟ ਰਹੀ ਹੈ, ਇਹਦੇ ਤੇ ਸਵਾਸ ਘਟ ਰਹੇ ਹਨ, ਇਹਦਾ ਤੇ ਸਮਾਂ ਘਟ ਰਿਹਾ ਹੈ। ਉਹ ਆਪਣੇ ਲਾਡਾਂ ਦੇ ਵਿੱਚ ਬੱਚੇ ਨੂੰ ਖਿਡਾਉਂਦੀ ਹੈ। ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹਸੈ। ਮੇਰਾ ਮੇਰਾ ਕਹਿ ਕੇ, ਆਪਣਾ ਆਪਣਾ ਕਹਿ ਕੇ ਉਹ ਗਲੇ ਲਗਾਉਂਦੀ ਹੈ। ਤੇ ਇਹ ਕਮਲੀ ਦੁਨੀਆ ਦੇ ਕਮਲੇ ਵਿਹਾਰ ਨੂੰ ਵੇਖ ਕੇ ਕਬੀਰ ਸਾਹਿਬ ਕਹਿੰਦੇ ਮਾਨੋ ਜਮ ਮੁਸਕਰਾਉਂਦਾ ਪਿਆ ਹੈ ਕਿ ਜਿਹੜੀ ਚੀਜ਼ ਘਟ ਰਹੀ ਹੈ ਉਹਨੂੰ ਲੋਕ ਵੱਡੀ ਹੁੰਦੀ ਪਈ ਸਮਝ ਕੇ ਤੇ ਉਹਦੀਆਂ ਖੁਸ਼ੀਆਂ ਮਨਾਉਂਦੇ ਪਏ ਨੇ। ਕਬੀਰ ਸਾਹਿਬ ਕਹਿੰਦੇ ਮਨ ਜੰਜਾਲ ਨਾ ਛੋੜਈ, ਮਨ ਜੰਜਾਲ ਨਹੀਂ ਛੱਡਦਾ ਹੈ, ਜਾਲਾਂ ਜੰਜਾਲਾਂ ਮਾਇਆ ਵੀ ਧੰਦਿਆਂ ਦੇ ਵਿੱਚ ਫਸਿਆ ਰਹਿੰਦਾ ਹੈ। ਤੇ ਇੰਨੀ ਦੇਰ ਨੂੰ ਜੰਮ ਪਹੁੰਚ ਜਾਂਦੇ ਹਨ, ਤੇ ਜਦੋਂ ਜੰਮ ਪਹੁੰਚ ਗਏ ਤੇ ਫਿਰ ਤਾਂ ਜਾਣਾ ਹੀ ਜਾਣਾ ਪੈਂਦਾ ਹੈ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਫਿਰ ਕੋਈ ਬਹਾਨਾ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਇਹ ਜਮਾ ਸਾਹਮਣੇ ਵੀ ਬਹਾਨਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਕਰੂੰ ਅਰਦਾਸ ਗਾਮ ਕਿਛ ਬਾਕੀ, ਲਿਉ ਨਵੇਰ ਆਜ ਕੀ ਰਾਤੀ। ਇਹ ਕਹਿੰਦਾ ਹੈ ਜਮਾ ਨੂੰ ਵੀ ਕਬੀਰ ਸਾਹਿਬ ਨੇ ਇੱਕ ਕਲਪਨਾ ਕੀਤੀ ਹੈ। ਉਹਨਾਂ ਨੇ ਜਿੱਥੇ ਜਨਮ ਦੀ ਗੱਲ ਕੀਤੀ ਉੱਥੇ ਵੀ ਕਿਹਾ ਬਾਬਾ ਅਬ ਨਾ ਬਸੂੰ ਇਹ ਗਾਉਂ, ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਤੇ ਉਹਨਾਂ ਨੇ ਦੂਜਾ ਪੱਖ ਉਹ ਵੀ ਰੱਖਿਆ ਕਿ ਜਦੋਂ ਜੰਮ ਲੈਣ ਪਹੁੰਚ ਜਾਂਦੇ ਨੇ ਬੰਦਾ ਉੱਥੇ ਵੀ ਬਹਾਨੇਬਾਜ਼ੀ ਬਣਾਉਣ ਦੀ ਕੋਸ਼ਿਸ਼ ਕਰਦਾ, ਭਾਵ ਮੌਤ ਤੋਂ ਬਚਣ ਦਾ ਬੜਾ ਯਤਨ ਕਰਦਾ ਹੈ ਪਰ ਬਚਿਆ ਕੋਈ ਨਹੀਂ ਜਾ ਸਕਦਾ। ਉਹ ਕਹਿੰਦਾ ਹੈ ਕਿ ਅਜੇ ਮੇਰੇ ਜੀ ਪਿੰਡ 'ਚ ਕੁਝ ਲੈਣ ਦੇਣ ਰਹਿੰਦਾ ਹੈ, ਮੈਂ ਨਿਬੇੜ ਲਵਾਂ, ਸਵੇਰੇ ਚੱਲਾਂਗੇ। ਪਰ ਕੌਣ ਕਿਹਦੀ ਉਡੀਕ ਕਰਦਾ ਹੈ, ਉਦੋਂ ਤੇ ਫਿਰ ਨਾਲੋਂ ਨਾਲ ਚੱਲਣਾ ਪੈਂਦਾ ਹੈ। ਸਭ ਦਰਵਾਜ਼ੇ ਭੰਨ ਵਾਲੀ ਖੇਡ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕੱਲ੍ਹ ਤੇ ਗੱਲ ਨਾ ਪਾਵੋ, ਕੋਈ ਪਤਾ ਨਹੀਂ ਹੈ ਜੰਮਾਂ ਨੇ ਕਦੋਂ ਕਿਹੜੇ ਵਕਤ ਕਿੱਥੇ ਲੈਣ ਪਹੁੰਚ ਜਾਣਾ ਹੈ। ਜਿਹੜਾ ਵੀ ਸਮਾਂ ਮਿਲਿਆ ਵਾਹਿਗੁਰੂ ਦਾ ਸ਼ੁਕਰ ਕਰੋ ਤੇ ਵਾਹਿਗੁਰੂ ਦਾ ਨਾਮ ਧਿਆਵੋ ਤਾਂ ਕਿ ਜੀਵਨ ਦੀਆਂ ਇਹ ਘੜੀਆਂ, ਇਹ ਦਮ, ਇਹ ਸਵਾਸ ਸਫਲ ਹੋਣ। ਅਗਲੇ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਕਬੀਰ ਸਾਹਿਬ ਕਹਿੰਦੇ ਉਹ ਜੋ ਅਕਾਲ ਪੁਰਖ ਪਰਮਾਤਮਾ ਹੈ, ਪਰਮੇਸ਼ਰ ਹੈ, ਪ੍ਰਭੂ ਜਾਂ ਪ੍ਰਭੂ ਦਾ ਨਾਮ ਮਾਨੋ ਇੱਕ ਦਰਖਤ ਦੀ ਤਰ੍ਹਾਂ ਹੈ, ਇੱਕ ਰੁੱਖ ਦੀ ਤਰ੍ਹਾਂ ਹੈ। ਔਰ ਫਲ ਰੂਪੀ ਬੈਰਾਗ, ਹੁਣ ਉਹ ਜਿਹੜਾ ਵਾਹਿਗੁਰੂ ਤੇ ਵਾਹਿਗੁਰੂ ਦਾ ਨਾਮ ਹੈ ਉਹ ਦਰਖਤ ਹੈ ਪਰਮੇਸ਼ਰ, ਤੇ ਉਹਦਾ ਫਲ ਕੀ ਹੈ? ਬੈਰਾਗ, ਨਿਰਲੇਪਤਾ, ਤਿਆਗਪਨ। ਜਿਵੇਂ ਜਿਵੇਂ ਬੰਦਾ ਪਰਮੇਸ਼ਰ ਦੇ ਨਾਲ ਜੁੜਦਾ ਹੈ ਤੇ ਉਹਦੇ ਮਨ ਅੰਦਰ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਤੋਂ ਬੈਰਾਗ ਵਾਲੀ, ਨਿਰਲੇਪਤਾ ਵਾਲੀ ਬਿਰਤੀ ਬਣਦੀ ਜਾਂਦੀ ਹੈ। ਤੇ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ। ਮਹਾਰਾਜ ਕਹਿੰਦੇ ਉਹ ਗੁਰਮੁਖ ਜਨ ਹੈ ਜਿਹਨੇ ਆਪਣੇ ਜੀਵਨ 'ਚੋਂ ਵਾਦ ਵਿਵਾਦ ਤਿਆਗ ਦਿੱਤਾ ਤੇ ਐਨ ਅੰਦਰ ਤੇ ਬਾਹਰ ਤੋਂ ਪਰਮਾਤਮਾ ਦੇ ਨਾਲ ਜੁੜ ਗਿਆ। ਉਹ ਗੁਰਮੁਖ ਜਨ, ਸਾਧੂ ਜਨ ਮਾਨੋ ਪਰਮਾਤਮਾ ਰੂਪੀ ਪੇੜ ਦੀ ਛਾਇਆ ਦੀ ਤਰ੍ਹਾਂ ਹੈ। ਕਿਉਂਕਿ ਠੀਕ ਹੈ, ਇੱਕ ਤੇ ਹੈ ਪੇੜਾਂ ਪੌਦਿਆਂ ਨੂੰ, ਦਰਖਤਾਂ ਨੂੰ, ਫਲਦਾਰ ਬੂਟਿਆਂ ਨੂੰ ਵੱਖ ਵੱਖ ਤਰ੍ਹਾਂ ਦੇ ਫਲ ਲੱਗਦੇ ਹਨ ਜੋ ਅਸੀਂ ਖਾਂਦੇ ਹਾਂ। ਇੱਕ ਤੇ ਦਰਖਤ ਦਾ ਉਹ ਫਲ ਹੈ। ਅਸਲ ਦੇ ਵਿੱਚ ਦਰਖਤ ਦੀ ਛਾਇਆ ਵੀ ਇੱਕ ਦਰਖਤ ਦਾ ਫਲ ਹੀ ਹੈ। ਕੋਈ ਬੰਦਾ ਗਰਮੀ ਦੇ ਵਿੱਚ, ਤਪਸ਼ ਦੇ ਵਿੱਚ ਦਰਖਤ ਦੇ ਥੱਲੇ ਜਾ ਕੇ ਬਹਿੰਦਾ ਹੈ ਤੇ ਉਹਨੂੰ ਐਨ ਤਪਦੀ ਬਲਦੀ ਹੋਈ ਤਪਸ਼ ਦੇ ਵਿੱਚੋਂ, ਗਰਮੀ ਦੇ ਵਿੱਚੋਂ ਰਾਹਤ ਪ੍ਰਾਪਤ ਹੁੰਦੀ ਹੈ। ਉਹ ਮਾਨੋ ਉਹ ਦਰਖਤ ਦਾ ਛਾਂ ਰੂਪੀ ਫਲ ਖਾਂਦਾ ਪਿਆ ਹੈ। ਹੁਣ ਕਬੀਰ ਸਾਹਿਬ ਕਹਿੰਦੇ ਜਿਹੜਾ ਪਰਮਾਤਮਾ ਦਾ ਸੇਵਕ ਹੈ ਉਹਦੀ ਉਪਜ ਵੀ ਪਰਮਾਤਮਾ ਤੋਂ ਹੀ ਹੁੰਦੀ ਹੈ। ਜਿਵੇਂ ਕੋਈ ਜੀਵ ਪਰਮਾਤਮਾ ਦੇ ਨਾਲ ਜੁੜਦਾ ਹੈ
ਅੱਗੋਂ ਪ੍ਰਮਾਤਮਾ ਦੀ ਰਹਿਮਤ ਬਖਸ਼ਿਸ਼ ਉਹਦੇ 'ਤੇ ਵਰਤਦੀ ਹੈ। ਉਹਦੇ ਅੰਦਰ ਗੁਰਮੁਖਤਾਈ ਦਾ ਜਿਹੜਾ ਪ੍ਰਗਾਸ ਹੁੰਦਾ ਹੈ, ਅਤੇ ਉਹ ਫਿਰ ਗੁਰਮੁਖ ਜਿੱਥੇ ਆਪ ਆਪਣੇ ਜੀਵਨ ਨੂੰ ਸੰਵਾਰਦਾ ਹੈ, ਉੱਥੇ ਉਹ ਹੋਰ ਕਈਆਂ ਦੇ ਜੀਵਨ ਨੂੰ ਸੰਵਾਰਦਾ ਹੈ। ਜਿਹਦੇ ਕੋਲ ਸੱਚ ਹੈ ਉਹ ਹੋਰ ਕਈਆਂ ਤੱਕ ਸੱਚ ਨੂੰ ਵੰਡ ਕੇ ਅਤੇ ਕਈਆਂ ਨੂੰ ਸੱਚ ਦੇ ਰਸਤੇ 'ਤੇ ਤੋਰਦਾ ਹੈ। ਜਿਹਨੇ ਇਹ ਨਾਮ ਰਤਨ ਦੀ ਦਾਤ, ਇਬਾਦਤ ਭਗਤੀ ਦੀ ਦਾਤ ਮਾਲਕ ਦੇ ਘਰੋਂ ਦਰੋਂ ਪ੍ਰਾਪਤ ਕਰ ਲਈ, ਇੱਕ ਤੇ ਉਹਦਾ ਮਨ ਵਿਸ਼ਿਆਂ ਵਿਕਾਰਾਂ ਵਾਲੇ ਪਾਸਿਓਂ ਨਿਰਲੇਪ ਬਣਦਾ ਹੈ, ਬੈਰਾਗੀ ਬਿਰਤੀ ਬਣਦੀ ਹੈ, ਤਿਆਗੀ ਬਿਰਤੀ ਬਣਦੀ ਹੈ, ਨਿਰਲੇਪੀ ਬਿਰਤੀ ਬਣਦੀ। ਉਹਨੂੰ ਸਮਝ ਪੈ ਜਾਂਦੀ ਹੈ ਕਿ ਕਿਵੇਂ ਸੰਸਾਰ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਸੰਸਾਰ ਅਤੇ ਪਰਿਵਾਰ ਤੋਂ ਨਿਰਲੇਪ ਰੱਖਣਾ ਹੈ। ਉਹ ਜੀਵਨ ਜਿਉਣ ਦੀ ਜੁਗਤ ਨੂੰ ਸਮਝ ਲੈਂਦਾ ਹੈ, ਅਤੇ ਕੇਵਲ ਆਪ ਹੀ ਨਹੀਂ ਸਮਝਦਾ ਹੈ, ਉਹ ਅੱਗੇ ਹੋਰ ਵੀ ਕਈਆਂ ਨੂੰ ਸਮਝਾਉਂਦਾ ਅਤੇ ਕਈਆਂ ਨੂੰ ਗੁਰਮੁਖ ਜੀਵਨ ਦਾ ਧਾਰਨੀ ਬਣਾਉਂਦਾ ਹੈ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ। ਕਬੀਰ ਸਾਹਿਬ ਕਹਿੰਦੇ, ਹੈ ਭਾਈ, ਜੇ ਤੂੰ ਜੀਵਨ ਅੰਦਰ ਕੁਝ ਕਰਨਾ ਚਾਹੁੰਦਾ ਹੈ, ਖਾਸ ਤੌਰ 'ਤੇ ਮਾਨੋ ਜ਼ਿਮੀਦਾਰ ਨੂੰ ਜਾਂ ਫਸਲ ਫਲ ਆਦਿਕ ਦੇ ਜਿਹੜਾ ਦਰਖਤ ਪੌਦੇ ਬੀਜਦਾ ਹੈ, ਉਹਨੂੰ ਸੰਬੋਧਨ ਕਰਦਿਆਂ ਹੋਇਆ ਕਬੀਰ ਸਾਹਿਬ ਕਹਿੰਦੇ, ਤੂੰ ਬੀਜ ਤਾਂ ਬੀਜਦਾ ਹੈ, ਠੀਕ ਹੈ, ਤੇਰਾ ਜਿਹੜਾ ਬੀਜਣਾ ਹੈ ਉਹਦਾ ਸੰਬੰਧ ਕੇਵਲ ਤੇਰੇ ਤਨ ਦੇ ਨਾਲ ਹੈ। ਜ਼ਿਮੀਦਾਰ ਹੈ, ਫਸਲ ਬੀਜਦਾ ਹੈ, ਉਹਦਾ ਸੰਬੰਧ ਤਨ ਦੇ ਨਾਲ ਹੈ, ਪੇਟ ਭਰਨ ਦੇ ਲਈ ਉਹ ਫਸਲ ਬੀਜਦਾ ਹੈ। ਪਰ ਕਬੀਰ ਸਾਹਿਬ ਕਹਿੰਦੇ, ਜਿਵੇਂ ਤੂੰ ਆਪਣੇ ਸਰੀਰ ਦੀ ਤ੍ਰਿਪਤੀ ਦੇ ਲਈ ਫਸਲ ਬੀਜਦਾ ਹੈ, ਬੀਜ ਬੀਜਦਾ ਹੈ, ਇਸੇ ਤਰ੍ਹਾਂ ਆਪਣੇ ਮਨ ਦੀ ਤ੍ਰਿਪਤੀ ਦੇ ਲਈ ਵੀ ਬੀਜ ਬੀਜ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਜ਼ਿਮੀਦਾਰ ਦੀ ਉਦਾਹਰਣ ਦੇ ਕੇ ਗੱਲ ਕੀਤੀ ਹੈ ਕਿ ਜਿਵੇਂ ਇੱਕ ਬਾਹਰ ਇੱਕ ਸਿਸਟਮ ਹੈ, ਉਹਦੇ ਮੁਤਾਬਕ ਜ਼ਿਮੀਦਾਰ ਉਹ ਫਸਲ ਬੀਜਦਾ ਹੈ, ਅਗਲੇਰਾ ਸਾਰਾ ਪ੍ਰੋਸੀਜਰ ਉਹ ਫੋਲੋ ਕਰਦਾ ਹੈ, ਫਿਰ ਉਹਨੂੰ ਫਸਲ ਪ੍ਰਾਪਤ ਹੁੰਦੀ ਹੈ, ਫਲ ਪ੍ਰਾਪਤ ਹੁੰਦਾ ਹੈ, ਅਤੇ ਫਸਲ ਨੂੰ ਵੇਚ ਕੇ ਉਹ ਚੋਖਾ ਧਨ ਕਮਾਉਂਦਾ ਹੈ, ਅਤੇ ਧਨ ਦੇ ਨਾਲ ਉਹਦੇ ਘਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੁੰਦੀਆਂ ਨੇ, ਅਤੇ ਘਰ ਦੇ ਵਿੱਚ ਰੌਣਕਾਂ ਵੀ ਲੱਗਦੀਆਂ ਹਨ। ਪਰ ਉਹ ਸਾਰਾ ਕੁਝ ਕਿਵੇਂ ਹੋਇਆ? ਜਦੋਂ ਜ਼ਿਮੀਦਾਰ ਨੇ ਪਹਿਲਾਂ ਖੇਤ ਸੀ, ਮਿਹਨਤ ਕੀਤੀ, ਫਸਲ ਬੀਜੀ, ਸੰਭਾਲੀ, ਜੋ ਵੀ ਕਰਨਾ ਸੀ ਸਾਰਾ ਕੁਝ ਐਨ ਪ੍ਰੋਪਰ ਤਰੀਕੇ ਦੇ ਨਾਲ ਕੀਤਾ। ਫਿਰ ਉਹਦੇ ਬਾਹਰੀ ਤੌਰ 'ਤੇ ਹੁਣ ਘਰ ਦੇ ਵਿੱਚ ਰੌਣਕ ਹੈ, ਘਰ ਦੇ ਵਿੱਚ ਕਿਸੇ ਚੀਜ਼ ਦਾ, ਅੰਨ ਧਨ ਦਾ ਕੋਈ ਘਾਟਾ ਨਹੀਂ ਹੈ। ਉਹ ਕਹਿੰਦੇ, ਜੇ ਤੂੰ ਚਾਹੁੰਦਾ ਹੈ ਕਿ ਮਾਨਸਿਕ ਤੌਰ 'ਤੇ ਵੀ ਤੇਰੇ ਜੀਵਨ ਅੰਦਰ ਆਨੰਦ ਭਰਪੂਰ ਅਵਸਥਾ ਬਣੇ, ਅਤੇ ਜਿਵੇਂ ਇੱਕ ਜ਼ਿਮੀਦਾਰ ਕਿਰਤ ਵਿਰਤ ਕਰਦਾ, ਬਸ ਤੂੰ ਉਹਦੇ ਤੋਂ ਸਿੱਖ ਕੇ ਧਰਮ ਦੀ ਕਿਰਤ ਕਰ ਲੈ। ਉਹ ਬਚਨ ਆਪਾਂ ਹਜ਼ੂਰ ਦੇ ਪੜ੍ਹਦੇ ਹਾਂ, ਮਨ ਨੂੰ ਹਾਲੀ ਬਣਾ ਲੈ। ਹਾਲੀ ਭਾਵ ਜ਼ਿਮੀਦਾਰ। ਕਿਰਸਾਨੀ ਕਰਨੀ, ਆਪਣੀ ਚੰਗੀ ਕਰਨੀ ਨੂੰ ਕਿਰਸਾਨੀ ਬਣਾ ਲੈ। ਸ਼ਰਮ ਪਾਣੀ, ਉਦਮ ਨੂੰ ਪਾਣੀ ਬਣਾ, ਭਾਵ ਉਦਮ ਦਾ ਗੁਣ ਜੀਵਨ ਅੰਦਰ ਧਾਰਨ ਕਰ। ਸ਼ਰਮ ਪਾਣੀ, ਤਨ ਖੇਤ, ਤੇ ਸਰੀਰ ਨੂੰ ਖੇਤ ਬਣਾ ਲੈ। ਬਾਹਰ ਕਿਸੇ ਜ਼ਮੀਨ ਦੀ ਲੋੜ ਨਹੀਂ ਹੈ। ਇਹ ਜਿਹੜੀ ਧਰਮ ਦੀ ਕਿਰਤ ਕਰਨੀ ਹੈ, ਇਹ ਕਿਰਤ ਕਰਨ ਦੇ ਲਈ ਕਹਿੰਦੇ ਬਾਹਰ ਕਿਸੇ ਖੇਤ ਦੀ ਜ਼ਰੂਰਤ ਨਹੀਂ ਹੈ। ਤੇਰਾ ਸਰੀਰ ਹੀ ਸਮਝ ਖੇਤ ਦੀ ਤਰ੍ਹਾਂ ਹੈ, ਅਤੇ ਸਰੀਰ ਦੇ ਅੰਦਰ ਬੈਠਾ ਹੋਇਆ ਮਨ, ਉਹ ਇਸ ਸਰੀਰ ਰੂਪੀ ਖੇਤ ਦਾ ਜ਼ਿਮੀਦਾਰ ਹੈ, ਕਿਸਾਨ ਹੈ। ਮਨ ਹਾਲੀ, ਕਿਰਸਾਨੀ ਕਰਨੀ, ਸ਼ਰਮ ਪਾਣੀ, ਤਨ ਖੇਤ, ਅਤੇ ਇਹਦੇ 'ਚ ਹੁਣ ਇਹ ਤਨ ਰੂਪੀ ਖੇਤ ਦੇ ਵਿੱਚ ਮਨ ਰੂਪੀ ਕਿਸਾਨ ਨੇ ਬੀਜਣਾ ਕੀ ਹੈ? ਨਾਮ ਬੀਜ। ਜਿਵੇਂ ਜ਼ਿਮੀਦਾਰ ਆਪਣੇ ਖੇਤ 'ਚ ਫਸਲ ਬੀਜਦਾ ਛੱਟਾ ਦਿੰਦਾ, ਕਹਿੰਦੇ ਨਾਮ ਬੀਜ। ਤੂੰ ਕਰਮ ਭੂਮ ਮੈਂ ਬੋਵੋ ਨਾਮ ਬੀਜ। ਅਤੇ ਬੀਜ ਬੀਜਣ ਤੋਂ ਬਾਅਦ ਉਹ ਸੁਹਾਗਾ ਫੇਰਿਆ ਜਾਂਦਾ ਹੈ, ਤਾਂ ਕਿ ਬਾਹਰੋਂ ਪੰਛੀ ਆਦਿਕ ਉਹ ਬੀਜ ਨੂੰ ਚੁਗਣ ਨਾ। ਅਤੇ ਦੂਜੇ ਨੰਬਰ 'ਤੇ ਉਹ ਬੀਜ ਚੰਗੀ ਤਰ੍ਹਾਂ ਜ਼ਮੀਨ ਦੇ ਵਿੱਚ ਸਮਾ ਜਾਵੇ, ਤਾਂ ਕਿ ਉਹ ਅੱਗੇ ਅੰਕੁਰ ਬਣ ਕੇ ਉੱਗ ਸਕੇ। ਉਹ ਕਹਿੰਦੇ ਸੁਹਾਗਾ ਕਿਹੜਾ ਫੇਰਨਾ ਹੈ? ਨਾਮ ਦਾ ਬੀਜ ਇਸ ਤਨ ਰੂਪੀ ਖੇਤ 'ਚ ਬੀਜ ਕੇ। ਨਾਮ ਬੀਜ ਸੰਤੋਖ ਸੁਹਾਗਾ, ਸੰਤੋਖ ਦਾ ਸੁਹਾਗਾ ਫੇਰ, ਭਾਵ ਸੰਤੋਖ ਦਾ ਧਾਰਨੀ ਬਣ।
ਇਹ ਨਹੀਂ ਕਿ 2-4 ਵਾਰ ਵਾਹਿਗੁਰੂ ਵਾਹਿਗੁਰੂ ਕਿਹਾ ਤੇ ਫਿਰ ਹੁਣ ਨਾਲੋਂ ਨਾਲ ਕਵੇਂ ਕਿ ਹੁਣ ਤੇ ਮੈਂ ਜਪ ਲਿਆ ਤੇ ਕੋਈ ਨਾ ਕੋਈ ਫਲ ਵੀ ਮਿਲਣਾ ਚਾਹੀਦਾ ਹੈ। ਜ਼ਿਮੀਂਦਾਰ ਵੇਖੋ ਕਿੰਨਾ ਸੰਤੋਖ ਰੱਖਦਾ, ਉਹਨੇ ਫਸਲ ਬੀਜੀ, ਇਹ ਨਹੀਂ ਉਸੇ ਵਕਤ ਪੁੱਟ ਕੇ ਵੇਖਣ ਲੱਗ ਜਾਏ ਕਿ ਬੀਜ ਉੱਗਦੇ ਵੀ ਪਏ ਨੇ ਕਿ ਨਹੀਂ, ਉਹਨੂੰ ਧੀਰਜ ਰੱਖਣਾ ਪੈਂਦਾ ਹੈ। ਫਸਲ ਉੱਗ ਪਈ ਫਿਰ ਧੀਰਜ ਰੱਖਣਾ ਪੈਂਦਾ ਹੈ ਕਿ ਹੁਣ ਕਦੋਂ ਫਲਦੀ ਹੈ, ਫਿਰ ਧੀਰਜ ਰੱਖਣਾ ਪੈਂਦਾ ਹੈ ਕਦੋਂ ਪੱਕਦੀ ਹੈ। ਮਹਾਰਾਜ ਕਹਿੰਦੇ ਤੂੰ ਵੀ ਇਸੇ ਤਰ੍ਹਾਂ ਧੀਰਜ ਰੱਖ, ਸੰਤੋਖ ਸੁਹਾਗਾ, ਸੰਤੋਖੀ ਬਿਰਤੀ ਬਣਾ, ਰੱਖ ਗਰੀਬੀ ਵੇਸ। ਤੇ ਜਿਵੇਂ ਉਹ ਪਹਿਲਿਆਂ ਸਮਿਆਂ ਦੇ ਵਿੱਚ ਖੇਤਾਂ ਦੇ ਦੁਆਲੇ ਵਾੜ ਕੀਤੀ ਜਾਂਦੀ ਸੀ, ਕਿਉਂਕਿ ਬਹੁਤ ਜ਼ਿਆਦਾ ਜਾਨਵਰ ਫਿਰਦੇ ਸਨ ਜਿਹੜੇ ਅਕਸਰ ਫਸਲਾਂ ਉਜਾੜ ਦਿਆ ਕਰਦੇ ਸਨ, ਤੇ ਉਹ ਜ਼ਿਮੀਂਦਾਰ ਫਿਰ ਫਸਲਾਂ ਦੁਆਰੇ ਲੱਕੜਾਂ ਛਾਪਿਆਂ ਆਦਿਕ ਦੀ ਵਾੜ ਕਰ ਲੈਂਦੇ ਸਨ ਕਿ ਕੋਈ ਜਾਨਵਰ ਖੇਤ 'ਚ ਜਾ ਕੇ ਖੇਤ ਨੂੰ ਬਰਬਾਦ ਨਾ ਕਰੇ। ਮਹਾਰਾਜ ਕਹਿੰਦੇ ਤੂੰ ਰੱਖ ਗਰੀਬੀ ਵੇਸ, ਗਰੀਬੀ ਨੂੰ ਭਾਵ ਨਿਮਰਤਾ ਨੂੰ ਵਾੜ ਬਣਾ ਲੈ, ਰਖਵਾਲਾ ਬਣਾ ਲੈ ਆਪਣੇ ਅੰਦਰ ਦੀ ਫਸਲ ਦੀ ਰਖਵਾਲੀ ਦੇ ਲਈ, ਭਾਵ ਐਨ ਨਿਮਰਤਾ ਧਾਰਨ ਕਰਕੇ ਰੱਖ, ਨਿਮਰਤਾ ਧਾਰਨ ਰੱਖ ਗਰੀਬੀ ਵੇਸ। ਭਾਉ ਕਰਮ, ਭਾਉ ਦਾ ਅਰਥ ਹੈ ਪ੍ਰੇਮ, ਇੱਕ ਸ਼ਬਦ ਹੈ ਭਉ, ਉਹਦਾ ਮਤਲਬ ਹੈ ਡਰ। ਭਾਉ ਦਾ ਅਰਥ ਹੈ ਪ੍ਰੇਮ। ਭਾਖਿਆ ਭਾਉ ਅਪਾਰ। ਜਦੋਂ ਗੁਰੂ ਨਾਨਕ ਜੀ ਨੂੰ ਪੁੱਛਿਆ ਗਿਆ ਨਾ ਰੱਬ ਦੀ ਕਿਹੜੀ ਬੋਲੀ ਹੈ, ਪਰਮਾਤਮਾ ਨੂੰ ਕਿਹੜੀ ਭਾਸ਼ਾ ਦੀ ਅਰਦਾਸ ਸੁਣਦੀ ਹੈ, ਉਹ ਸੁਣਦਾ ਹੈ। ਤੇ ਮਹਾਰਾਜ ਕਹਿਣ ਲੱਗੇ ਪਿਆਰ ਹੋਵੇ ਕਿਸੇ ਵੀ ਭਾਸ਼ਾ ਦੇ ਵਿੱਚ ਕਹੇ ਹੋਏ ਬੋਲ ਪਰਮਾਤਮਾ ਸੁਣਦਾ ਹੈ, ਕਿਉਂਕਿ ਵਾਹਿਗੁਰੂ ਦੀ ਭਾਸ਼ਾ ਪ੍ਰੇਮ ਵਾਲੀ ਭਾਸ਼ਾ, ਤੇ ਉਹ ਪ੍ਰੇਮ ਦੀ ਭਾਸ਼ਾ ਸੁਣਦਾ ਹੈ। ਮਹਾਰਾਜ ਕਹਿੰਦੇ ਭਾਉ ਕਰਮ, ਪ੍ਰੇਮ ਵਾਲੇ ਕਰਮ ਕਰ, ਹਰ ਇੱਕ ਦੇ ਨਾਲ ਤੇਰਾ ਪਿਆਰ ਹੋਵੇ, ਕੋਈ ਕਿਸੇ ਪ੍ਰਤੀ ਨਫ਼ਰਤ ਨਾ ਹੋਵੇ, ਈਰਖਾ ਨਾ ਹੋਵੇ, ਦਵੈਸ਼ ਨਾ ਹੋਵੇ, ਪਰਾਈ ਤਾਤ ਤੇਰੇ ਅੰਦਰ ਨਾ ਹੋਵੇ। ਭਾਉ ਕਰਮ ਕਰ ਜੰਮਸੀ, ਕਹਿੰਦੇ ਜਦੋਂ ਤੇਰੇ ਸਾਰੇ ਕਰਮ ਪਿਆਰ ਵਾਲੇ ਹੋਏ, ਨਿਮਰਤਾ ਤੇਰੇ ਜੀਵਨ 'ਚ ਹੋਈ, ਸੰਤੋਖ ਤੇਰੇ ਜੀਵਨ 'ਚ ਹੋਇਆ, ਉਦਮੀ ਤੂੰ ਹੋਇਆ, ਤੇ ਫਿਰ ਵੇਖੀ ਭਾਉ ਕਰਮ ਕਰ ਜੰਮਸੀ ਸੇ ਘਰ ਭਾਗਠ ਦੇਖ। ਫਿਰ ਵੇਖੀ ਤੇਰਾ ਅੰਦਰ ਕਿਵੇਂ ਆਨੰਦ ਹੀ ਆਨੰਦ, ਖੇੜੇ ਹੀ ਖੇੜੇ ਦੇ ਨਾਲ ਭਰ ਜਾਂਦਾ ਹੈ। ਪਰ ਭਰੇਗਾ ਤਾਂ ਜੇ ਅਸੀਂ ਗੁਰੂ ਸਾਹਿਬ ਨੇ ਇਹ ਜਿਹੜਾ ਸਾਨੂੰ ਇੱਕ ਪ੍ਰੋਸੀਜਰ ਫੋਲੋ ਕਰਨ ਦਾ ਸਿਧਾਂਤ ਉਪਦੇਸ਼ ਦਿੱਤਾ ਹੈ, ਇਹਨੂੰ ਇਨ ਬਿਨ ਆਪਣੇ ਜੀਵਨ ਦੇ ਅੰਦਰ ਧਾਰਨ ਕਰਾਂਗੇ। ਕਬੀਰ ਸਾਹਿਬ ਕਹਿੰਦੇ ਐਸਾ ਬੀਜ ਬੋਏ 12 ਮਾਸ ਫਲੰਤ, ਇੱਦਾਂ ਦਾ ਬੀਜ, ਨਾਮ ਦਾ ਬੀਜ ਆਪਣੇ ਹਿਰਦੇ 'ਚ ਬੀਜ ਹੈ ਜਿਹੜਾ 12 ਮਹੀਨੇ ਫਲਦਾ ਰਵੇ। ਬਾਹਰੀ ਤੌਰ 'ਤੇ ਬੀਜ ਆਪਾਂ ਬੀਜਦੇ ਹਾਂ, ਫਲਾਂ ਦੇ ਬੂਟੇ ਜਾਂ ਫਸਲਾਂ ਵੀ ਹੁੰਦੀਆਂ ਨੇ, ਤੇ ਉਹ ਸਾਲ ਦੇ ਵਿੱਚ ਕੁਝ ਸਮਾਂ ਹੁੰਦਾ ਹੈ ਜਦੋਂ ਉਹ ਫਲਦੇ ਹਨ, ਦੁਬਾਰਾ ਫਿਰ ਕਿੰਨਾ ਸਮਾਂ ਉਹ ਦਰਖਤ ਖਾਲੀ ਰਹਿੰਦੇ। ਪਰ ਮਹਾਰਾਜ ਕਹਿੰਦੇ ਜਿਹੜਾ ਨਾਮ ਦਾ ਬੀਜ ਹੈ ਇਹ ਸਾਰਾ ਸਾਲ ਫਲਣ ਵਾਲਾ ਹੈ। ਜਿਹਦੇ ਕੋਲ ਨਾਮ ਦੀ ਦਾਤ ਹੈ ਉਹ ਸਾਰਾ ਸਾਲ ਭਾਵ ਸਾਰੀ ਜ਼ਿੰਦਗੀ ਦੂਜਿਆਂ ਦਾ ਭਲਾ ਕਰਨ ਵਾਲੇ ਪਾਸੇ, ਪਰਉਪਕਾਰ ਕਰਨ ਵਾਲੇ ਪਾਸੇ, ਸਚਾਈ ਵਾਲੇ ਪਾਸੇ ਨਿਰੰਤਰ ਉਹ ਜੁੜਿਆ ਰਹਿੰਦਾ ਹੈ ਤੇ ਚੰਗਿਆਈ ਦਾ ਫਲ ਉਹ ਸਮਾਜ ਨੂੰ ਦਿੰਦਾ ਹੈ। ਸ਼ੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ, ਕਹਿੰਦੇ ਇੱਦਾਂ ਦਾ ਬੀਜ ਜਿਹੜਾ 12 ਮਹੀਨੇ ਫਲਣ ਵਾਲਾ ਹੋਵੇ ਤੇ ਜਿਹਦੀ ਛਾਇਆ ਸ਼ੀਤਲਤਾ ਰੂਪ ਹੋਵੇ ਔਰ ਫਲ ਗੰਭੀਰਤਾ ਰੂਪ ਹੋਵੇ, ਤੇ ਪੰਖੀ ਕੇਲ ਕਰੰਤ, ਜਿਹੜੇ ਫਲ ਉੱਪਰ ਜਿਹੜੇ ਪੌਦੇ ਤੇ ਪੰਛੀ ਵੀ ਐਨ ਕੇਲ ਕਰਦੇ ਹੋਣ, ਖੇਡਾਂ ਖੇਡਦੇ ਹੋਣ। ਭਾਵ ਨਾਮ ਦਾ ਬੀਜ ਹਿਰਦੇ 'ਚ ਬੀਜੋ, ਜੀਵਨ ਨੂੰ ਸ਼ੀਤਲਤਾ ਦਾ ਧਾਰਨੀ ਬਣਾਓ, ਠੰਡਕ ਦਾ ਧਾਰਨੀ, ਨਿਮਰਤਾ ਦਾ ਧਾਰਨੀ, ਸ਼ਾਂਤੀ ਵਾਲੀ ਬਿਰਤੀ, ਗੰਭੀਰਤਾ ਵਾਲੀ ਬਿਰਤੀ, ਗਹਿਰੀ ਬਿਰਤੀ ਤੇ ਉੱਚੀ ਸੋਚ ਵਾਲੀ ਬਿਰਤੀ। ਤੇ ਜਿਹੜੇ ਇਹ ਸਾਡੇ ਕਰਮ ਇੰਦਰੇ, ਗਿਆਨ ਇੰਦਰੇ, ਮਨ ਹਰ ਵਕਤ ਬਾਹਰ ਭਟਕਦਾ ਹੈ, ਇਹ ਵੀ ਅੰਤਰ ਆਤਮੇ ਟਿਕ ਜਾਏ। ਗੁਰੂ ਕਹਿੰਦੇ ਇੱਦਾਂ ਦਾ ਯਤਨ ਕਰਨਾ ਹੈ, ਤੇ ਇਹ ਤਾਂ ਹੋ ਸਕਦਾ ਹੈ ਜੇ ਹਿਰਦੇ ਰੂਪੀ ਖੇਤ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਬੀਜ ਬੀਜਾਂਗੇ। ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। ਕਬੀਰ ਸਾਹਿਬ ਕਹਿੰਦੇ ਜਿਹੜਾ ਉਪਕਾਰੀ ਬਿਰਤੀ ਵਾਲਾ ਗੁਰਮੁਖ ਹੈ ਨਾ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੈ, ਪਰ ਉਪਕਾਰ ਹੈ ਜਿਹਦੇ ਅੰਦਰ,
ਦੂਜਿਆਂ ਦਾ ਭਲਾ ਕਰਨ ਵਾਲੀ, ਦਇਆ ਵਾਲੀ ਜਿਹਦੇ ਅੰਦਰ ਬਿਰਤੀ ਹੈ, ਉਹ ਸਮਝੋ ਇੱਕ ਦਰਖਤ ਦੀ ਤਰ੍ਹਾਂ ਹੈ ਅਤੇ ਉਹਦੇ ਕੋਲ ਹੈ ਦਇਆ ਰੂਪੀ ਫਲ। ਪਰਉਪਕਾਰੀ ਜੀਵ ਮਾਨੋ ਇੱਕ ਦਾਤਾ ਹੈ, ਪਰਮਾਤਮਾ ਦੀ ਨਾਮ ਦੀ ਦਾਤ ਅੱਗੇ ਵੰਡਣ ਵਾਲਾ ਹੈ ਅਤੇ ਉਹਦੇ ਕੋਲ ਹੈ ਦਇਆ ਰੂਪੀ ਫਲ। ਉਹ ਸਭ ਦੇ ਉੱਪਰ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਹਰ ਇੱਕ ਦਾ ਉਹ ਭਲਾ ਕਰਦਾ ਹੈ ਅਤੇ ਭਲਾ ਕਰਦਿਆਂ ਇਹ ਨਹੀਂ ਵੇਂਦਾ ਹੈ ਕਿ ਕਿਹੜਾ ਮੇਰਾ ਮਿੱਤਰ ਹੈ, ਕਿਹੜੇ ਮੇਰੇ ਆਪਣੇ ਹਨ, ਕਿਹੜੇ ਮੇਰੇ ਧਰਮ ਦੇ ਨਾਲ, ਮੇਰੇ ਦੇਸ਼ ਦੇ ਨਾਲ, ਮੇਰੇ ਮਜ਼ਹਬ ਦੇ ਨਾਲ, ਮੇਰੇ ਨਾਲ ਜੁੜੇ ਹੋਏ ਹਨ। ਉਹ ਇਹ ਮੇਰ ਤੇਰ ਦੇ ਵਿੱਚ ਨਹੀਂ ਪੈਂਦਾ। ਉਹਦਾ ਕੰਮ ਹੈ ਭਲਾ ਕਰਨਾ, ਅਤੇ ਭਾਈ ਕਨ੍ਹਈਆ ਸਾਹਿਬ ਦੀ ਤਰ੍ਹਾਂ ਉਹ ਸਭ ਦਾ ਭਲਾ ਕਰੀ ਜਾਂਦਾ, ਵੇਂਦਾ ਨਹੀਂ ਆ ਕਿ ਕਿਹੜੇ ਸਾਡੇ ਨੇ ਕਿਹੜੇ ਬਗਾਨੇ। ਉਹਦਾ ਕੰਮ ਹੈ ਬਸ ਜਲ ਛਕਾਉਣਾ, ਅਤੇ ਉਹ ਲਗਾਤਾਰ ਜਲ ਛਕਾ ਰਹੇ ਹਨ। ਮਹਾਰਾਜ ਕਹਿੰਦੇ ਜਿਹੜਾ ਪਰਉਪਕਾਰੀ ਬਿਰਤੀ ਵਾਲਾ ਹੈ, ਉਹ ਸਭ ਦਾ ਭਲਾ ਕਰਦਾ ਹੈ, ਦਇਆ ਕਰਦਾ ਹੈ। ਅਤੇ ਪੰਖੀ ਚੱਲੇ ਦਿਸਾਵਰੀ, ਬਿਰਖਾ ਸੁਫਲ ਫਲੰਤ। ਜੀਵ ਰੂਪੀ ਪੰਛੀ ਉਹ ਗੁਰਮੁਖ ਰੂਪੀ ਦਰਖਤ ਦੇ ਕੋਲ ਆਉਂਦੇ ਹਨ, ਜਾਂ ਗੁਰਮੁਖ ਉਹਨਾਂ ਦੇ ਕੋਲ ਜਾਂਦਾ ਹੈ ਅਤੇ ਹਰ ਇੱਕ ਦੇ ਉੱਪਰ ਦਇਆ ਕਰਦਾ ਹੈ, ਹਰ ਇੱਕ ਦਾ ਸਹਾਰਾ ਬਣਦਾ ਹੈ। ਅਤੇ ਜਦੋਂ ਸਭ ਦਾ ਉਹ ਸਹਾਰਾ ਬਣਦਾ, ਸਭ ਨੂੰ ਤ੍ਰਿਪਤ ਕਰਦਾ ਹੈ, ਅਤੇ ਉਹਦੇ ਕੋਲ ਆਉਣ ਵਾਲੇ ਜੀਵ ਰੂਪੀ ਪੰਛੀ ਆਉਂਦੇ ਨੇ, ਲੋਕ ਆਉਂਦੇ ਨੇ, ਆਪਣੀਆਂ ਲੋੜਾਂ ਪੂਰੀਆਂ ਕਰਕੇ ਜਾਂਦੇ ਨੇ, ਅਤੇ ਜਾਂਦਿਆਂ ਫਿਰ ਦੁਆਵਾਂ ਹੀ ਦਿੰਦੇ ਜਾਂਦੇ ਹਨ ਕਿ ਇਹ ਬਿਰਖ 'ਤੇ ਇੱਦਾਂ ਹੀ ਫਲਿਆ ਰਵੇ ਅਤੇ ਇਹ ਇੱਦਾਂ ਹੀ ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਰਵੇ। ਭਾਵ ਇਹ ਪਰਉਪਕਾਰੀ ਬਿਰਤੀ ਵਾਲਾ ਗੁਰਮੁਖ ਹੈ, ਇਸੇ ਤਰ੍ਹਾਂ ਪਰਉਪਕਾਰ ਦਾ ਧਾਰਨੀ ਬਣਿਆ ਰਵੇ ਅਤੇ ਦੂਜਿਆਂ ਦਾ ਭਲਾ ਕਰਦਾ ਰਵੇ, ਸਭ ਦਾ ਭਲਾ ਕਰਦਾ ਰਵੇ। ਸੋ ਕਹਿਣ ਦਾ ਭਾਵ ਕਬੀਰ ਸਾਹਿਬ ਦਾ ਕਿ ਜੇ ਜੀਵਨ ਅੰਦਰ ਸਾਡੇ ਗੁਣ ਹੈ ਨਾ, ਅਸੀਂ ਆਪਣੇ ਗੁਣਾਂ ਦੇ ਸਹਾਰੇ ਦੂਜਿਆਂ ਦਾ ਭਲਾ ਕਰਾਂਗੇ ਅਤੇ ਦੂਜਿਆਂ ਦੇ ਮੁੱਖੋਂ ਵੀ ਸਾਡੇ ਪ੍ਰਤੀ ਅਸੀਸਾਂ ਨਿਕਲਣਗੀਆਂ। ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ, ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੇ। ਜੇ ਅਸੀਂ ਈਰਖਾ ਵੰਡਦੇ ਹਾਂ ਅਤੇ ਦੂਜੇ ਪਾਸਿਓਂ ਵੀ ਉਸੇ ਤਰ੍ਹਾਂ ਦਾ ਉੱਤਰ ਮਿਲੇਗਾ। ਜੇ ਦੂਜਿਆਂ ਦਾ ਬੁਰਾ ਕਰਾਂਗੇ ਤਾਂ ਬਦਦੁਆਵਾਂ ਮਿਲਣਗੀਆਂ, ਅਤੇ ਜੇ ਦੂਜਿਆਂ ਦਾ ਭਲਾ ਕਰਾਂਗੇ ਤਾਂ ਫਿਰ ਦੁਆਵਾਂ ਮਿਲਣਗੀਆਂ, ਅਸੀਸਾਂ ਮਿਲਣਗੀਆਂ। ਸਾਡੇ ਕਰਮਾਂ ਦੀ ਖੇਡ ਹੈ। ਕਬੀਰ ਸਾਹਿਬ ਕਹਿੰਦੇ ਪਰਉਪਕਾਰੀ ਬਿਰਤੀ ਵਾਲਾ ਬਣ ਕੇ ਅਤੇ ਸਭ ਦਾ ਦਇਆ ਕਰਨ ਵਾਲਾ ਸੁਭਾਅ ਆਪਣਾ ਜਦੋਂ ਆਪਾਂ ਬਣਾਵਾਂਗੇ ਅਤੇ ਸਭ ਦਾ ਭਲਾ ਕਰਾਂਗੇ, ਫਿਰ ਸਭ ਦੇ ਮੁੱਖੋਂ ਸਾਡੇ ਪ੍ਰਤੀ ਵੀ ਅਸੀਸਾਂ ਦੁਆਵਾਂ ਹੀ ਨਿਕਲਣਗੀਆਂ। ਸੋ ਸਤਿਗੁਰੂ ਮਿਹਰ ਕਰਨ। ਇਹ ਜੋ ਸ਼ੁਭ ਸੰਦੇਸ਼, ਸ਼ੁਭ ਉਪਦੇਸ਼ ਅਤੇ ਚੰਗੇ ਜੀਵਨ ਦੀਆਂ ਸਿੱਖਿਆਵਾਂ ਕਬੀਰ ਜੀ ਸਾਡੀ ਝੋਲੀ 'ਚ ਪਾ ਰਹੇ ਨੇ, ਤਿੰਨਾਂ ਦੇ ਆਪਾਂ ਧਾਰਨੀ ਬਣ ਕੇ ਗੁਰਮੁਖ ਜੀਵਨ ਦੇ ਧਾਰਨੀ ਬਣੀਏ। ਗੁਰੂ ਦੀਆਂ ਖੁਸ਼ੀਆਂ ਮਿਲਣ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੱਲ੍ਹ ਨੂੰ ਬੰਦੀ ਛੋੜ ਦਿਵਸ ਦੇ ਸੰਬੰਧੀ ਆਪਾਂ ਰਾਤਰੀ ਦੇ ਦੀਵਾਨਾਂ 'ਚ ਵਿਚਾਰ ਦੀ ਸਾਂਝ ਪਾਵਾਂਗੇ। ਇਸੇ ਤਰ੍ਹਾਂ ਪਰਸੋਂ ਨੂੰ ਸੰਗਰਾਂਦ ਹੈ, ਸੋ ਉਹ ਮੱਘਰ ਮਹੀਨੇ ਦੀ ਆਰੰਭਤਾ ਹੋਣੀ ਹੈ, ਉਹਦੇ ਸੰਬੰਧੀ ਸ਼ਾਮ ਦੇ ਦੀਵਾਨਾਂ 'ਚ ਵਿਚਾਰਾਂ ਹੋਣਗੀਆਂ। ਸੋਮਵਾਰ ਤੋਂ ਫਿਰ ਆਪਾਂ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਨਿਰੰਤਰ ਵਿਚਾਰ ਦੇ ਨਾਲ ਜੁੜਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।